ਅਸੀਂ ਭਾਈ ਦਾਸ ਜੀ ਜਿਹੜੇ ਐਂਡ ਟਾਈਮ ਮੈਸੇਜ ਦੇ ਸੇਵਕ ਸੀਗੇ, ਉਹ ਦੁਨੀਆ ਤੋਂ ਚਲੇ ਗਏ ਪ੍ਰਭੂ ਦੇ ਕੋਲ। ਉਹਨਾਂ ਦੀ ਯਾਦਗਾਰੀ 'ਚ ਅਸੀਂ ਗੀਤ ਗਾਵਾਂਗੇ ਦੁਬਾਰਾ। ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ, ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ। ਭਾਵੇਂ ਪਰੇਸ਼ਾਨੀਆਂ ਦਾ, ਭਾਵੇਂ ਪਰੇਸ਼ਾਨੀਆਂ ਦਾ ਪਰਿਆਤ ਲਾਭ ਹੈ, ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ। ਆਪਣੀ ਬੁਲਾਹਟ ਦੀ ਮੈਨੂੰ ਪਹਿਚਾਣ ਹੁਣ ਹੋ ਗਈ ਹੈ, ਆਵਾਜ਼ ਯਿਸੂ ਦੀ ਮੇਰੇ ਸੀਨੇ ਵਿੱਚ ਗਲਾ ਗਈ ਹੈ, ਸੀਨੇ ਵਿੱਚ ਗਲਾ ਗਈ ਹੈ। ਮੈਂ ਆਪਣੀ ਸੇਵਾ ਦਾ ਇਸ ਨੂੰ ਦੇਣਾ ਹਿਸਾਬ ਹੈ, ਮੈਂ ਆਪਣੀ ਸੇਵਾ ਦਾ ਇਸ ਨੂੰ ਦੇਣਾ ਹਿਸਾਬ ਹੈ। ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ। ਉਸ ਦੇ ਲਹੂ ਦਾ ਮੈਨੂੰ ਦਿੱਤਾ ਗੁਲਾਬ ਹੈ, ਉਸਨੇ ਲਹੂ ਦਾ ਮੈਨੂੰ ਦਿੱਤਾ ਗੁਲਾਬ ਹੈ, ਦਿੱਤਾ ਗੁਲਾਬ ਹੈ। ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ। ਲੋਕਾਂ ਦੇ ਹਿੱਸੇ ਜਮਾਨਾ ਪਰ ਮੇਰੇ ਹਿੱਸੇ ਮਸੀਹਾ, ਲੋਕਾਂ ਦੇ ਹਿੱਸੇ ਜਮਾਨਾ ਪਰ ਮੇਰੇ ਹਿੱਸੇ ਮਸੀਹਾ। ਇਸੇ ਲਈ ਸਹਿ ਰਿਹਾ ਹਾਂ ਹਰ ਪਾਸ ਮੈਂ ਹੀ ਤਸੀਹਾ, ਹਰ ਪਾਸ ਮੈਂ ਹੀ ਤਸੀਹਾ। ਪਰ ਮੇਰਾ ਯਿਸੂ ਮੇਰੇ ਲਈ, ਪਰ ਮੇਰਾ ਯਿਸੂ ਮੇਰੇ ਲਈ ਤੂਫਾਨ ਆ ਗਿਆ ਹੈ। ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ। ਮੈਂ ਜ਼ਿੰਦਗੀ ਵਿੱਚ ਹਮੇਸ਼ਾ ਚੰਗੀ ਲੜਾਈ ਲੜਾਂਗਾ, ਇਹ ਨਾ ਗਵਾਚੇਗੀ ਮੈਥੋਂ, ਨੇਚਾ ਦੀ ਸਾਂਭ ਕਰਾਂਗਾ, ਨੇਚਾ ਦੀ ਸਾਂਭ ਕਰਾਂਗਾ। ਮੇਰੇ ਜ਼ਮਾਨੇ ਦਾ ਜੰਤੂ, ਮੇਰੇ ਜ਼ਮਾਨੇ ਦਾ ਜੰਤੂ ਉੱਡਦਾ ਉਕਾਬ ਹੈ, ਸਾਡੇ ਜ਼ਮਾਨੇ ਦਾ ਜੰਤੂ ਉੱਡਦਾ ਉਕਾਬ ਹੈ। ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ। ਹਾਲੇਲੂਇਆ, ਹਾਲੇਲੂਇਆ। परमेश्वर के पवित्र नाम की तारीफ हो। ਫਿਲਿਪੀਆਂ 1:21 ਵਿੱਚ ਲਿਖਿਆ, ਜੀਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ ਹੈ। ਅੱਜ ਅਸੀਂ ਜੀਣਾ ਆ ਤਾਂ ਪਰਮੇਸ਼ਵਰ ਦੇ ਲਈ ਜੀਣਾ ਆ। ਜੇ ਅਸੀਂ ਮਰ ਵੀ ਜਾਂਦੇ ਤਾਂ ਸਾਡੇ ਲਈ ਲਾਭ ਦੀ ਗੱਲ ਆ, ਕੋਈ ਦੁੱਖ ਦੀ ਗੱਲ ਨਹੀਂ ਆ। ਅੱਜ ਬਹੁਤ ਖੁਦਾ ਦੇ ਸੇਵਕ ਜਿਹੜੇ ਆਪਣੀ ਸੇਵਕੀਆਂ ਪੂਰੀਆਂ ਕਰਕੇ ਖੁਦਾ ਦੇ ਕੋਲ ਜਾ ਰਹੇ ਆ, ਤੇ ਇਹ ਬਹੁਤ ਦੁੱਖ ਵਾਲੀ ਸਾਨੂੰ ਗੱਲ ਲੱਗਦੀ ਕਿਉਂਕਿ ਇਸ ਸਰੀਰ 'ਚ ਆ, ਲੇਕਿਨ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਇੱਕ ਸੇਵਕ ਆਪਣੀ ਜੰਗ ਲੜ ਕੇ ਖੁਦਾ ਦੇ ਰਾਜ ਦੇ ਉੱਪਰ ਚਲਾ ਗਿਆ, ਉਹਦੇ ਸਿੰਘਾਸਨ ਤੇ ਵਿਰਾਜਮਾਨ ਹੋ ਗਿਆ। ਇਹ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ। ਜਿਸ ਤਰ੍ਹਾਂ ਐਂਡ ਟਾਈਮ ਮੈਸੇਜ ਦੇ ਜਿਹੜੇ ਸੇਵਕ ਭਾਈ ਦਾਸ ਜੀ ਸੀ, ਉਹ 23 ਤਰੀਕ ਨੂੰ ਖੁਦਾ ਦੇ ਕੋਲ ਚਲੇ ਗਏ, लेकिन असी शरीर दे विच होण दे नाते दुख करते हैं, लेकिन आत्मा विच होण दे नाते असी खुशी महसूस करते हैं भी एक खुदा दा योद्धा अपनी लड़ाई लड़ के परमेश्वर दे राज दे विच चला गया।
परमेश्वर सारिਆਂ ਨੂੰ आशीष और बरकत देवे। आओ प्रार्थना करते हैं। हालेलुया। धन्यवाद यीशु मसीह, सचमुच खुदा बंदा जीना मेरे लिए मसीह ते मरना लाभ है प्रभु यीशु मसीह, क्योंकि खुदावन प्रभु यीशु मसीह जिन्हां ने तेरे नाम च बसमा लिया है प्रभु जी, वचन दसदा है उन्हां ने तेनू ग्रहण कीता है खुदा बंदा। ते प्रभु जी तू कलवे क्रूस ते मरिया ते तेरी दुल्हन भी तेरे नाल मरी प्रभु जी, ते खुदावन जी तू तीसरे दिन जी उठ्या प्रभु जी, तेरी दुल्हन भी तेरे नाल जीउंदी सी खुदा बंदा। तू हाँ प्रभु जी हर एक ते दया कर, कृपा कर मेरे महान पिता। अज दा वचन प्रभु यीशु मसीह एक ते हिरदे नू छिद दवे प्रभु जी, बोलण वाला कोई मांस अते लहू ना होवे प्रभु जी, तेरा पवित्र आत्मा होवे। तू दया कर, कृपा कर, एक एक जने नू ब्लेस करना है, तेरे नाम दी महिमा युगानुयुग होवे। आमीन। हालेलुया। परमेश्वर दे पवित्र नाम दी तारीफ हो। आओ मत्ती 1 दी 23 कटांगे। मत्ती 1 दी 23। मत्ती 1 दी 23 कटांगे। ਵੇਖੋ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਔਰ ਉਹ ਉਸ ਦਾ ਨਾਮ ਇਮਾਨੂਅਲ ਰੱਖਣਗੇ, ਜਿਸ ਦਾ ਅਰਥ ਇਹ ਹੈ ਪਰਮੇਸ਼ਵਰ ਸਾਡੇ ਸੰਗ। ਤਦੋਂ ਯੂਸਫ ਨੇ ਸੁੱਤੇ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ ਔਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ ਅਤੇ ਉਸ ਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਣੀ, ਅਤੇ ਉਸ ਦਾ ਨਾਮ ਯੀਸ਼ੂ ਰੱਖਿਆ। ਕੀ ਹੋਇਆ ਜਦੋਂ खुदा दे बारे यीशु मसीह दे बारे हज़ारां साल पहला भविष्यवाणियां कीतियां सीगियां, ते वो समा आया जदों प्रभु यीशु मसीह एक कुवारी द्वारा पैदा होया। जहाँ यीशु राजा हेरोदेस ने दिनी यहूदियां दे बैतलहम विच जम्मिया तां वेखो जोतषियां ने चढ़दे पासों यरूशलेम विच आण के जिहड़ा यहूदिया दा पातशाह जम्मिया है उस वो किथे है। ਹੁਣ देखो ਜਿਹੜੇ ਤਿੰਨ ਸੀਗੇ ਜਿਹੜੇ ਜੋਤਸ਼ੀ ਸੀਗੇ ਜਿਨ੍ਹਾਂ ਨੂੰ ਜੋਤਿਸ਼ ਵਿਦਿਆ ਦੀ ਪੂਰੀ ਨੌਲੇਜ ਸੀਗੀ, ਉਹ ਤਿੰਨ ਜਣੇ ਆ ਰਹੇ ਆ ਕਿਹਦੇ ਕੋਲ? ਹੈਰੋਦੇਸ ਰਾਜਾ ਦੇ ਕੋਲ ਆ ਰਹੇ ਆ। ਉਹਨੂੰ ਕਹਿੰਦੇ ਵੀ ਅਸੀਂ ਚੜ੍ਹਦੇ ਪਾਸੇ ਉਹਦਾ ਤਾਰਾ ਦੇਖਿਆ, ਉਹ ਰਾਜਾ ਕਿੱਥੇ ਹੈ ਜਿਹੜਾ ਪੈਦਾ ਹੋਇਆ। ਇਹ ਸੁਣ ਕੇ ਜਿਹੜਾ ਉੱਥੇ ਦਾ ਰਾਜਾ ਸੀਗਾ ਪੂਰੇ ਯਰੂਸ਼ਲਮ ਦੇ ਸਣੇ ਘਬਰਾ ਗਿਆ ਵੀ ਮੇਰੇ ਤੋਂ ਇਲਾਵਾ ਕਿਹੜਾ ਰਾਜਾ ਜੰਮ ਸਕਦਾ ਆ। ਉਦੋਂ ਕੀ ਹੋਇਆ ਅਤੇ ਉਸਨੇ ਸਾਰੇ ਪ੍ਰਧਾਨ ਜਾਚਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ। ਉਹਨਾਂ ਨੇ ਉਸ ਨੂੰ ਕਿਹਾ ਯਹੂਦੀਆ ਦੇ ਬੈਤਲਹਮ ਵਿੱਚ, ਕਿਉਂ ਜੋ ਨਬੀ ਦੇ ਰਾਹੀਂ ਐਵੇਂ ਲਿਖਿਆ ਹੋਇਆ ਹੈ, हे बैतलहम यहूदा दे देश, तो यहूदा दे हाकमां दे विचों किसी तरह छोटा नहीं, क्यों जो तेरे विचों एक हाकम निकलेगा जेड़ा मेरी प्रजा इसराइल दी पालना करेगा। तद हेरोदेस ने जोतषियां नूं चुप कीते बुला के उन्हां कोलों ठीक ठाक पता लिया कि तारा कदों विखाई दिता, ਅਤੇ ਉਸਨੇ ਉਹਨਾਂ ਨੂੰ ਬੈਤਲਹਮ ਵਿੱਚ ਇਹ ਕਹਿ ਕੇ ਘੱਲਿਆ ਵੀ ਜਾਓ ਯਤਨ ਨਾਲ ਉਸ ਬਾਲਕ ਦੀ ਭਾਲ ਕਰੋ, ਜਦ ਉਹ ਤੁਹਾਨੂੰ ਲੱਭ ਪਵੇ ਮੈਨੂੰ ਕਹਿੰਦਾ ਮੁੜ ਕੇ ਤੁਸੀਂ ਖਬਰ ਦੇਣੀ ਆ। ਉਸ ਰਾਜੇ ਦੀ ਗੱਲ ਸੁਣ ਕੇ ਤੁਰ ਪਏ ਅਤੇ ਵੇਖੋ ਤਾਰਾ ਜਿਹੜਾ ਉਹਨਾਂ ਦੇ ਚੜ੍ਹਦੇ ਪਾਸੇ ਡਿੱਠਾ ਸੀ ਉਹਨਾਂ ਦੇ ਅੱਗੇ ਅੱਗੇ ਚੱਲਿਆ ਇੱਥੋਂ ਤੀਕ ਕਿ ਉਸ ਥਾਂ ਉੱਤੇ ਜਾ ਟਿਕਿਆ ਜਿੱਥੇ ਬਾਲਕ ਸੀ, ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਹੀ ਆਨੰਦ ਹੋਏ ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਅਤੇ ਉਸ ਦੀ ਮਾਤਾ ਮਰੀਅਮ ਨੂੰ ਡਿੱਠਾ। ਹੁਣ ਜਿਹੜੇ ਤਿੰਨ ਮਜੂਸੀ ਸੀਗੇ, ਜਿਹੜੇ ਇਹ ਤਿੰਨ ਜੋਤਸ਼ੀ ਸੀਗੇ ਜਿਨ੍ਹਾਂ ਨੂੰ ਤਾਰਿਆਂ ਦੀ ਨੌਲੇਜ ਸੀ, ਬ੍ਰਹਿਮੰਡ ਦੀ ਨੌਲੇਜ ਸੀ, ਇਹ ਜੋਤਸ਼ੀ ਸੀਗੇ। ਇਹ ਕਦੋਂ ਗਏ? ਜਦੋਂ ਤਾਰਾ ਉਸ ਘਰ ਦੇ ਉੱਪਰ ਟਿਕਿਆ। ਇਹਨਾਂ ਨੇ ਖੁਰਲੀ ਦੇ ਵਿੱਚ ਯੀਸ਼ੂ ਮਸੀਹ ਨੂੰ ਨਹੀਂ ਦੇਖਿਆ, ਇਹ ਘਰ ਦੇ ਵਿੱਚ ਯੀਸ਼ੂ ਮਸੀਹ ਦੇ ਕੋਲ ਗਏ ਸੀਗੇ ਕਿਉਂਕਿ ਯੀਸ਼ੂ ਮਸੀਹ ਉਦੋਂ 2 ਸਾਲ ਦਾ ਹੋ ਚੁੱਕਿਆ ਸੀ। ਜਦੋਂ ਜਿਹੜਾ ਰਾਜਾ ਸੀ ਉਹਨੇ ਦੇਖਿਆ ਵੀ ਜਿਹੜੇ ਜੋਤਸ਼ੀ ਇਹਨਾਂ ਨੇ ਮੇਰੇ ਨਾਲ ਮਖੌਲ ਕੀਤਾ, ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਜਿਹੜਾ ਰਾਜਾ ਸੀਗਾ, ਰਾਜੇ ਨੇ 2 ਸਾਲ ਦੇ ਬੱਚੇ ਤੇ ਉਸ ਤੋਂ ਨੀਚੇ ਉਮਰ ਵਾਲੇ ਬੱਚੇ ਸਾਰੇ ਮਰਵਾਤੇ। ਕਿਉਂ ਮਰਵਾਏ? ਕਿਉਂਕਿ ਇਹ ਉਦੋਂ ਯੀਸ਼ੂ ਮਸੀਹ ਦੇ ਕੋਲ ਪਹੁੰਚੇ ਸੀਗੇ ਜਦੋਂ ਉਹ 2 ਸਾਲ ਦਾ ਹੋ ਚੁੱਕਿਆ ਸੀ, ਤੇ ਇਹਨਾਂ ਨੇ ਜਾ ਕੇ ਕੀਤਾ ਮੱਥਾ ਟੇਕਿਆ, ਉਹਨੂੰ ਸੋਨਾ ਲੁਬਾਨ ਤੇ ਗੰਧਰਸ ਭੇਟ ਚੜਾਈ। ਉਹਦੇ ਬਾਅਦ ਇਹ ਆਪਣੇ ਰਾਸਤੇ ਵਿੱਚ ਦੁਆਰਾ ਦੂਤ ਦੇ ਦੁਆਰਾ ਦਰਸ਼ਨ ਦੇਣ ਦੇ ਦੁਆਰਾ ਵਾਪਸ ਆਪਣੇ ਘਰਾਂ ਨੂੰ ਚਲੇ ਗਏ। ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਆ ਜਿਹੜਾ ਕ੍ਰਿਸਮਸ 25 ਤਰੀਕ ਨੂੰ ਮਨਾਇਆ ਜਾਂਦਾ ਆ, ਇਹ ਸੂਰਜ ਦੇਵਤਾ ਦੀ ਭਗਤੀ ਕੀਤੀ ਜਾਂਦੀ ਹੈ ਕਿਉਂਕਿ ਨਬੀ ਨੇ ਕਿਹਾ ਇਹ ਬਾਲ ਜਬੂਲ ਦੀ ਭਗਤੀ ਦਾ ਦਿਨ ਆ, ਜਿਹਨੂੰ 23 ਦਸੰਬਰ ਤੋਂ 25 ਦਸੰਬਰ ਦੀ ਡੇਟ ਰੱਖੀ ਗਈ। ਲੇਕਿਨ ਕੀ ਸਾਡੇ ਕੋਲ ਅਸਲੀ ਤਾਰਾ ਹੈਗਾ ਆ? ਉਹ ਤਾਰਾ ਤਾਂ ਆਇਆ ਤੇ ਚਲਾ ਗਿਆ, ਲੇਕਿਨ ਕੀ ਪ੍ਰਕਾਸ਼ ਦੀ ਪੋਥੀ ਦੇ 7 ਤਾਰਿਆਂ ਬਾਰੇ ਸਾਨੂੰ ਨੌਲੇਜ ਆ, ਜਿਹੜੇ ਤਾਰੇ ਯੀਸ਼ੂ ਮਸੀਹ ਨੇ ਆਪਣੇ ਸੱਜੇ ਹੱਥ ਵਿੱਚ ਫੜੇ ਆ। ਅੱਜ ਅਸੀਂ ਉਸ ਤਾਰੇ ਪਿੱਛੇ ਜਾਣਾ ਆ ਜਿਹੜਾ ਸਾਨੂੰ ਖੁਦਾ ਦੇ ਕੋਲ ਲੈ ਕੇ ਜਾਵੇਗਾ। ਉਸ ਤਾਰੇ ਦਾ ਨਾਮ ਕੋਈ ਹੋਰ ਨਹੀਂ, ਸਾਡਾ ਪਿਆਰਾ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਸੀਗਾ, ਜਿਹਦੇ ਦੁਆਰਾ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਖੋਲ ਦਿੱਤੀ ਗਈ। ਇੱਕ ਵੀ ਭੇਦ ਨਹੀਂ ਜਿਹੜਾ ਰਿਹਾ ਜਿਹੜਾ ਸਾਡੇ ਸਾਹਮਣੇ ਖੋਲਿਆ ਨਹੀਂ ਗਿਆ। ਲੇਕਿਨ ਅੱਜ ਲੋਕ ਕੀ ਕਰ ਰਹੇ ਆ? ਅੱਜ ਲੋਕ ਪਰਮੇਸ਼ਵਰ ਦੇ ਵਚਨ ਦੇ ਪਿੱਛੇ ਨਹੀਂ ਚੱਲ ਰਹੇ।
ਲੋਕ ਕ੍ਰਿਸਮਸ ਜ਼ਰੂਰ ਮਨਾਉਂਦੇ ਆ, ਲੇਕਿਨ ਕੀ ਉਹਨਾਂ ਦੇ ਜੀਵਨ ਬਦਲੇ ਆ? ਉਹਨਾਂ ਨੂੰ ਪਤਾ ਹੀ ਨਹੀਂ ਜਿਹੜੀ ਚੀਜ਼ ਬਾਈਬਲ ਦੇ ਵਿੱਚ ਨਹੀਂ ਆ ਉਹ ਚੀਜ਼ ਤੁਸੀਂ ਨਹੀਂ ਮਨਾ ਸਕਦੇ। ਕਿ ਬਾਈਬਲ ਬਿਆਨ ਕਰਦੀ ਹੈ ਇੱਕ ਬਿੰਦੀ ਇੱਕ ਟਿੱਪੀ ਵੀ ਤੁਸੀਂ ਟਾਲ ਨਹੀਂ ਸਕਦੇ। ਇਹ ਕਿਉਂ ਇਹ ਲੋਕ ਇਸ ਤਰ੍ਹਾਂ ਕਰ ਰਹੇ ਆ? ਅਸੀਂ ਬਾਈਬਲ ਚੋਂ ਸਿੱਧ ਕਰਾਂਗੇ ਇਹਨੂੰ। ਅਸੀਂ ਬਾਈਬਲ ਵਿੱਚੋਂ ਪੜਾਂਗੇ, ਮੱਤੀ 15 ਦੀ 8 ਵਿੱਚੋਂ ਪੜਾਂਗੇ, ਮੱਤੀ 15 ਦੀ 8। ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ। ਹੁਣ ਦੇਖੋ ਇਹਨਾਂ ਲੋਕਾਂ ਦੇ ਅੰਦਰ ਮਸੀਹਤ ਨਹੀਂ ਆ, ਇਹ ਲੋਕ ਖੁਦਾ ਨੂੰ ਇਸਤੇਮਾਲ ਕਰਦੇ ਆ, ਕਿਉਂਕਿ ਜੋ ਸਾਨੂੰ ਬਾਈਬਲ ਦੇ ਵਿੱਚ ਹੁਕਮ ਨਹੀਂ ਆ ਅਸੀਂ ਉਹ ਕੰਮ ਨਹੀਂ ਕਰਾਂਗੇ। ਖੁਦਾ ਦੀ ਦੁਲਹਨ ਕਦੇ ਵੀ ਜਿਹਦੇ ਵਿੱਚ ਖੁਦਾ ਦਾ ਬਲੱਡ ਆ, ਉਹਦਾ ਲਹੂ ਆ, ਉਹਦੇ ਬੱਚੇ ਕਦੇ ਵੀ ਵਚਨ ਤੋਂ ਬਾਹਰ ਨਹੀਂ ਜਾਣਗੇ। ਚਾਹੇ ਇੱਕ ਕਦਮ ਦੀ ਗੱਲ ਹੋਵੇ, ਚਾਹੇ ਕਿਸੇ ਵੀ ਚੀਜ਼ ਦੀ ਗੱਲ ਹੈ, ਕਦੇ ਵੀ ਖੁਦਾ ਦੀ ਦੁਲਹਨ ਉਹਦੇ ਪਵਿੱਤਰ ਲੋਕ ਇੱਕ ਵੀ ਕਦਮ ਵਚਨ ਤੋਂ ਬਾਹਰ ਨਹੀਂ ਪੁੱਟ ਸਕਦੇ, ਕਿਉਂਕਿ ਉਹਨਾਂ ਦੇ ਵਿੱਚ ਖੁਦਾ ਦਾ ਵਚਨ ਰਹਿੰਦਾ ਆ। ਹੁਣ ਦੇਖੋ 15 ਦੀ 8 ਵਿੱਚ ਲਿਖਿਆ ਮੱਤੀ, ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ। ਕਹਿੰਦਾ ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਵੀ ਦੇਖੋ ਵਚਨ ਵਿੱਚ ਲਿਖਿਆ ਇਹ ਮਨੁੱਖਾਂ ਦੀ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਕ੍ਰਿਸਮਸ ਮਨਾਉਣਾ ਬਾਈਬਲ ਦੇ ਵਿੱਚ ਕਿੱਥੇ ਆ? ਇਹ ਕਿਹਦੇ ਹੁਕਮ ਆ? ਮਨੁੱਖਾਂ ਦੇ ਹੁਕਮ ਆ। ਇਹ ਲੋਕ ਮਨੁੱਖਾਂ ਦੇ ਹੁਕਮਾਂ ਨੂੰ ਮੰਨਦੇ ਆ, ਲੇਕਿਨ ਪਰਮੇਸ਼ਵਰ ਦੇ ਜਿਹੜਾ ਜਿਉਂਦਾ ਪਰਮੇਸ਼ਵਰ ਆ ਉਹਦੀ ਬਾਣੀ ਦੇ ਹੁਕਮਾਂ ਨੂੰ ਅੱਜ ਕੋਈ ਨਹੀਂ ਮੰਨ ਰਿਹਾ। ਲੋਕਾਂ ਨੇ ਆਪਣੇ ਸਿਸਟਮ ਬਣਾ ਲਏ ਆ। ਤੁਸੀਂ ਦੇਖਿਆ ਹੋਊਗਾ ਕੈਲੰਡਰਾਂ ਵਿੱਚ ਕੀ ਆ, ਤਿੰਨ ਅਯਾਲੀਆਂ, ਤਿੰਨ ਜਿਹੜੇ ਜੋਸ਼ੀ ਸੀ ਉਹਨਾਂ ਨੂੰ ਦਿਖਾਇਆ ਜਾ ਰਿਹਾ ਆ ਵੀ ਤਿੰਨ ਜੋਸ਼ੀ ਗਏ ਆ। ਤਿੰਨ ਜੋਸ਼ੀ ਕਦੋਂ ਗਏ ਆ? ਜਦੋਂ ਯੀਸ਼ੂ ਮਸੀਹ 2 ਸਾਲ ਦਾ ਹੋ ਚੁੱਕਿਆ ਸੀਗਾ। ਤਿੰਨ ਜੋਸ਼ੀ ਘਰ ਵਿੱਚ ਗਏ ਆ, ਨਾ ਕਿ ਤਿੰਨ ਜੋਸ਼ੀ ਖੁਰਲੀ ਦੇ ਵਿੱਚ ਗਏ ਆ। ਖੁਰਲੀ ਵਿੱਚ ਕੌਣ ਗਏ ਸੀ? ਖੁਰਲੀ ਵਿੱਚ ਅਯਾਲੀ ਗਏ ਸੀਗੇ, ਕਿਉਂਕਿ ਬਾਈਬਲ ਦੇ ਵਿੱਚ ਸਾਫ਼ ਤੇ ਕਲੀਅਰ ਲਿਖਿਆ ਗਿਆ ਆ। ਲੇਕਿਨ ਲੋਕਾਂ ਨੇ ਅੱਜ ਦੀ ਭਗਤੀ ਆ ਜਿਹੜੀ ਮਨ ਘੜਤ ਕਰ ਲਈ ਆ। ਲੋਕੀ ਬਾਈਬਲ ਵਿੱਚੋਂ ਨਹੀਂ ਦੇਖਦੇ, ਲੋਕੀ ਕੀ ਕਰਦੇ ਆ? ਜੋ ਕਿਸੇ ਮਨੁੱਖ ਨੇ ਹੁਕਮ ਜਾਰੀ ਕਰਤੇ ਉਹਦੇ ਦੁਆਰਾ ਚੱਲਦੇ ਆ। ਹੁਣ ਦੇਖੋ ਵਚਨ ਕੀ ਕਹਿ ਰਿਹਾ, ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਸਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ ਕਿ ਜੋ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ, ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਅੱਜ ਦੇਖੋ ਜਿਹੜੇ ਰੀਤੀ ਰਿਵਾਜ, ਜਿਹੜੇ ਸਿਸਟਮ ਮਨੁੱਖਾਂ ਨੇ ਠਹਿਰਾਏ ਆ, ਉਹੀ ਮਨੁੱਖਾਂ ਨੂੰ ਪਾਪ ਵੱਲ ਲੈ ਕੇ ਜਾ ਰਹੇ ਆ। ਜੇ ਬਾਈਬਲ ਦੇ ਵਿੱਚ ਕਿਤੇ ਕ੍ਰਿਸਮਸ ਦਾ ਬਿਆਨ ਨਹੀਂ ਕੀਤਾ ਗਿਆ ਤੇ ਸਾਨੂੰ ਸਮਝਣਾ ਚਾਹੀਦਾ ਵੀ ਇਹ ਕਿੱਥੋਂ ਆਇਆ ਹੈ, ਇਹ ਕੌਣ ਲੈ ਕੇ ਆਇਆ? ਯੀਸ਼ੂ ਮਸੀਹ ਪੈਦਾ ਹੋਇਆ ਸੀਗਾ ਸਾਡੇ ਗੁਨਾਹ ਪਾਪਾਂ ਦੇ ਲਈ, ਉਸਨੇ ਆਪਣੀ ਜਾਨ ਵੀ ਦਿੱਤੀ, ਲੇਕਿਨ ਉਹ ਦਸੰਬਰ ਵਿੱਚ ਪੈਦਾ ਨਹੀਂ ਹੋਇਆ। ਦਸੰਬਰ 25 ਕਿਹਦੀ ਉਪਾਸਨਾ ਹੁੰਦੀ ਆ? ਸ਼ੈਤਾਨ ਦੀ ਉਪਾਸਨਾ, ਜਿਹਨੂੰ ਨਮਰੋਦ ਕਿਹਾ ਜਾਂਦਾ ਬਾਈਬਲ ਦੇ ਵਿੱਚ, ਜਿਹਨੂੰ ਬਾਲ ਜਬੂਲ ਕਿਹਾ ਜਾਂਦਾ, ਉਹਦੀ ਭਗਤੀ ਲੋਕ ਕਰਦੇ ਆ। ਲੋਕੀ ਕੀ ਕਰ ਰਹੇ? ਇਤਿਹਾਸ ਨਹੀਂ ਦੇਖਦੇ, ਪੁਰਾਣਾ ਸਿਸਟਮ ਨਹੀਂ ਦੇਖਦੇ। ਸਾਨੂੰ ਕਿਹੜੀ ਭਗਤੀ ਕਰਨੀ ਚਾਹੀਦੀ? ਸਾਨੂੰ ਉਹ ਪੁਰਾਣੀ ਭਗਤੀ ਵਿੱਚ ਜਾਣਾ ਪੈਣਾ ਜਿਹੜੀ ਪਤਰਸ ਹੁਣੀ ਕਰਦੇ ਸੀਗੇ। ਸਾਨੂੰ ਉਹ ਕੱਪੜੇ ਚਾਹੀਦੇ ਆ ਪੁਰਾਣੇ ਜਿਹੜੇ ਉਹਨਾਂ ਦੇ ਕੋਲ ਸੀਗੇ, ਲੇਕਿਨ ਲੋਕਾਂ ਨੇ ਅੱਜ ਨਵੇਂ ਕੱਪੜੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਅੱਜ ਤੁਸੀਂ ਦੇ ਵਿੱਚ ਕੋਈ ਸਿੱਖਿਆ ਇਹੋ ਜਿਹੀ ਨਹੀਂ ਆ। ਫਿਰ ਇਹ ਕੜੀਆਂ ਕਿੱਥੋਂ ਜੋੜ ਦਿੱਤੀਆਂ ਗਈਆਂ? ਇਹ ਕੜੀਆਂ ਸ਼ੈਤਾਨ ਵੱਲੋਂ ਜੋੜ ਦਿੱਤੀਆਂ ਗਈਆਂ। ਨਬੀ ਨੇ ਕਿਹਾ ਬਸਮਾ ਤੱਕ ਚੇਂਜ ਕਰ ਦਿੱਤਾ ਗਿਆ। ਜਿਹੜਾ ਬਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਦਿੱਤਾ ਜਾਂਦਾ ਸੀ ਉਹਨੂੰ ਵੀ ਚੇਂਜ ਕਰਕੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਦਿੱਤਾ ਗਿਆ। ਕਿਉਂ? ਇਹ ਸਾਰਾ ਕੁਝ ਕਿਹਨੇ ਕੀਤਾ? ਰੋਮਨ ਕੈਥੋਲਿਕ ਚਰਚ ਦੇ ਦੁਆਰਾ 323 ਈਸਵੀ ਤੋਂ ਬਾਅਦ ਸਾਰਾ ਸਿਸਟਮ ਰੋਂਗ ਕਰ ਦਿੱਤਾ ਗਿਆ। ਜਦੋਂ ਜਿੰਨੇ ਵੀ ਚੇਲੇ ਸੀਗੇ ਉਹ ਮਾਰੇ ਗਏ, ਜਦੋਂ ਖੁਦਾ ਦੇ ਕੋਲ ਚਲੇ ਗਏ ਤੇ ਰੋਮਨ ਕੈਥੋਲਿਕ ਚਰਚ ਨੇ ਆਪਣਾ ਰੂਲ ਦਸਤੂਰ ਬਣਾ ਕੇ ਆਪਣੇ ਹੀ ਨਿਯਮ ਠਹਿਰਾ ਦਿੱਤੇ ਤੇ ਪੂਰੀ ਦੁਨੀਆ ਅੱਜ ਉਹਨਾਂ ਦੇ ਪਿੱਛੇ ਚੱਲ ਰਹੀ। ਲੇਕਿਨ ਸਾਨੂੰ ਦੇਖਣਾ ਚਾਹੀਦਾ ਵੀ ਕੀ ਵਚਨ ਵਿੱਚ ਕ੍ਰਿਸਮਸ ਕਿਤੇ ਹੈਗਾ ਆ? ਕਿ ਵਚਨ ਸਾਨੂੰ ਇਜਾਜ਼ਤ ਦਿੰਦਾ ਆ ਵੀ ਅਸੀਂ ਜੋ ਖੁਦਾ ਦੇ ਵਚਨ 'ਚ ਗੱਲ ਨਹੀਂ ਆ ਅਸੀਂ ਉਹ ਰੀਤੀ ਰਿਵਾਜਾਂ ਨੂੰ ਮਨਾਈਏ? ਕਦੇ ਵੀ ਨਹੀਂ। ਖੁਦਾ ਜਿਹਦੇ ਅੰਦਰ ਖੁਦਾ ਦਾ ਲਹੂ ਆ ਉਹ ਕਦੇ ਵੀ ਮਨੁੱਖ ਵਚਨ ਤੋਂ ਬਾਹਰ ਨਹੀਂ ਜਾਵੇਗਾ। ਲੂਕਾ 1 ਦੀ 26 ਕੱਢਾਂਗੇ। ਲੂਕਾ 1 ਦੀ 26। ਹੁਣ ਦੇਖੋ ਲੂਕਾ 1 ਦੀ 26 ਦੇ ਵਿੱਚ ਕੀ ਹੋਇਆ। 6ਵੇਂ ਮਹੀਨੇ ਜਿਬਰਾਇਲ ਦੂਤ ਪਰਮੇਸ਼ਵਰ ਦੇ ਵੱਲੋਂ ਨਾਸਰਤ ਨਾਮੇ ਗਲੀਲ ਦੇ ਇੱਕ ਨਗਰ ਵਿੱਚ ਇੱਕ ਕੁਆਰੀ ਦੇ ਕੋਲ ਭੇਜਿਆ ਗਿਆ। 6ਵੇਂ ਮਹੀਨੇ ਜਿਹੜਾ ਦੂਤ ਸੀਗਾ ਉਹ ਕਿਹਦੇ ਕੋਲ ਆਇਆ? ਮਰੀਅਮ ਦੇ ਕੋਲ ਆਇਆ ਸੀਗਾ। 6ਵੇਂ ਮਹੀਨੇ ਮਰੀਅਮ ਪ੍ਰੈਗਨੈਂਟ ਹੋਈ ਸੀਗੀ। ਉਸਦੀ ਸੁਣਵਾਈ ਜਿਹੜੀ ਉਹਦੀ ਕੁੜਮਾਈ ਸੀ ਯੂਸਫ ਕਰਕੇ ਦਾਊਦ ਦੇ ਘਰਾਣੇ ਦੇ ਇੱਕ ਪੁਰਸ਼ ਨਾਲ ਹੋਈ ਸੀ ਅਤੇ ਉਸ ਕੁਵਾਰੀ ਦਾ ਨਾਮ ਸੀ ਮਰੀਅਮ। ਅਤੇ ਉਸਨੇ
ਉਸਦੇ ਕੋਲ ਅੰਦਰ ਆਣ ਕੇ ਕਿਹਾ, ਵਧਾਈ, ਕਹਿੰਦਾ ਤੈਨੂੰ ਵਧਾਈ ਹੋਵੇ, ਦੂਤ ਉਹਨੂੰ ਵਧਾਈ ਦੇ ਰਿਹਾ ਜਿਸ ਨੇ ਉਸ ਉੱਤੇ ਕਿਰਪਾ ਹੋਈ। ਕਹਿੰਦਾ ਤੇਰੀ ਉਸ ਉੱਤੇ ਕਿਰਪਾ ਹੋਈ ਹੈ, ਤੇਰੀ ਉਹਦੀ ਖੁਦਾ ਦੀ ਕਿਰਪਾ ਤੇਰੇ ਉੱਤੇ ਹੋਈ ਆ, ਪ੍ਰਭੂ ਤੇਰੇ ਨਾਲ ਹੈ। ਕਹਿੰਦਾ ਪਰ ਉਹ ਇਸ ਵਚਨ ਤੋਂ ਬਹੁਤ ਘਬਰਾਈ ਤੇ ਸੋਚਣ ਲੱਗੀ ਜੋ ਇਹ ਕਿਹੋ ਜੀ ਵਧਾਈ ਹੈ। ਹੁਣ ਇੱਕ ਕੁਆਰੀ ਕੁੜੀ ਹੋਵੇ, ਉਹਦੇ ਕੋਲ ਖੁਦਾ ਦਾ ਦੂਤ ਜਾ ਕੇ ਕਵੇ ਵੀ ਤੇਰੇ ਪੇਟ ਦੇ ਵਿੱਚ ਖੁਦਾ ਆਉਣ ਵਾਲਾ ਆ, ਤੇ ਉਹ ਘਬਰਾਊਗੀ। ਇਸੇ ਤਰ੍ਹਾਂ ਮਰੀਅਮ ਵੀ ਘਬਰਾਈ। ਦੂਤ ਨੇ ਉਸ ਨੂੰ ਆਖਿਆ, ਹੇ ਮਰੀਅਮ ਨਾ ਡਰ, ਕਿਉਂ ਜੋ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ, ਅਤੇ ਵੇਖ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਜਣੇਗੀ ਅਤੇ ਉਸ ਦਾ ਨਾਮ ਯੀਸ਼ੂ ਰੱਖਣਾ। ਉਹ ਮਹਾਨ ਹੋਵੇਗਾ ਅਤੇ ਅਤ ਮਹਾਨ ਦਾ ਪੁੱਤਰ ਸਦਾਵੇਗਾ, ਅਤੇ ਪ੍ਰਭੂ ਪਰਮੇਸ਼ਵਰ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ, ਅਤੇ ਜੁਗੋ ਜੁਗ ਦਾਊਦ ਦੇ ਘਰਾਣੇ ਉੱਤੇ ਉਹ ਰਾਜ ਕਰੇਗਾ। ਉਸਦੇ ਰਾਜ ਦਾ ਅੰਤ ਨਾ ਹੋਵੇਗਾ। ਹੁਣ ਦੇਖੋ ਜਿਹੜਾ ਦੂਤ ਸੀਗਾ ਉਹ 6ਵੇਂ ਮਹੀਨੇ ਮਰੀਅਮ ਦੇ ਕੋਲ ਆਇਆ ਆ। ਯੀਸ਼ੂ ਮਸੀਹ ਜੇ ਅਸੀਂ ਬਾਈਬਲ ਦੇ ਵਿੱਚੋਂ ਲੈਨੇ, ਯੀਸ਼ੂ ਮਸੀਹ ਦਾ ਜਨਮ ਦਸੰਬਰ 25 ਨੂੰ ਨਹੀਂ ਹੋਇਆ। ਇਹ ਕਿਹਦੇ ਵੱਲੋਂ ਠਹਿਰਾ ਦਿੱਤਾ ਗਿਆ? ਇਹ ਰੋਮਨ ਕੈਥੋਲਿਕ ਚਰਚ ਵੱਲੋਂ 25 ਦਸੰਬਰ ਜਿਹੜਾ ਸੂਰਜ ਦੇਵਤਾ ਦਾ ਜਨਮ ਦਿਨ ਸੀ ਠਹਿਰਾ ਦਿੱਤਾ ਗਿਆ। ਲੇਕਿਨ ਬਾਈਬਲ ਬਿਆਨ ਕਰਦੀ ਹੈ 6ਵੇਂ ਮਹੀਨੇ ਜਿਬਰਾਇਲ ਦੂਤ ਆਇਆ, ਤੇ 6ਵੇਂ ਮਹੀਨੇ ਆਇਆ ਤੇ ਜਿਹੜਾ ਬੱਚਾ 9 ਮਹੀਨੇ ਬਾਅਦ ਪੈਦਾ ਹੁੰਦਾ ਆ, ਤੇ ਯੀਸ਼ੂ ਮਸੀਹ ਅਪ੍ਰੈਲ ਦੇ ਵਿੱਚ ਜਾ ਕੇ ਪੈਦਾ ਹੋਇਆ। ਮਾਰਚ ਜਾਂ ਅਪ੍ਰੈਲ ਦੇ ਵਿੱਚ ਜੀਵਨ ਆਂਦਾ ਹੈ, ਤੁਹਾਨੂੰ ਪਤਾ ਹੈ ਜੀਵਨ ਅਪ੍ਰੈਲ ਦੇ ਵਿੱਚ ਆਂਦਾ ਆ, ਤੇ ਉਦੋਂ ਯੀਸ਼ੂ ਮਸੀਹ ਪੈਦਾ ਹੋਇਆ, ਕਿਉਂਕਿ ਯੀਸ਼ੂ ਮਸੀਹ ਜੀਵਨ ਲੈ ਕੇ ਆਇਆ ਸੀ। ਉਹਨੇ ਕਿਹਾ ਸੀ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਮੇਰੇ ਵਸੀਲੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਤਦ ਮਰੀਅਮ ਨੇ ਦੂਤ ਨੂੰ ਆਖਿਆ, ਇਹ ਕਿੱਕਰ ਹੋਵੇਗਾ ਜਦ ਮੈਂ ਪੁਰਖ ਨੂੰ ਨਹੀਂ ਜਾਣਦੀ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾ ਜਾਵੇਗਾ। ਹੁਣ ਦੇਖੋ ਮਰੀਅਮ ਨੂੰ ਕੀ ਕਹਿ ਰਿਹਾ ਦੂਤ, ਵੀ ਤੇਰੇ ਉੱਤੇ ਪਵਿੱਤਰ ਆਤਮਾ ਛਾਇਆ ਕਰੂਗਾ। ਪਵਿੱਤਰ ਆਤਮਾ, ਹੁਣ ਮੈਂ ਤੁਹਾਨੂੰ ਦੱਸਦਾ ਆ ਵੀ ਜਿਹੜਾ ਯੀਸ਼ੂ ਮਸੀਹ ਸੀਗਾ ਕਿਸੇ ਬੰਦੇ ਦੇ ਦੁਆਰਾ ਪੈਦਾ ਨਹੀਂ ਹੋਇਆ। ਪਵਿੱਤਰ ਆਤਮਾ ਮਰੀਅਮ ਦੇ ਗਰਭ ਵਿੱਚ ਚਲਾ ਗਿਆ, ਤੇ ਫਿਰ ਯੀਸ਼ੂ ਮਸੀਹ ਦਾ ਪਿਤਾ ਕੌਣ ਹੋਇਆ? ਯੀਸ਼ੂ ਮਸੀਹ ਦਾ ਪਿਤਾ ਪਵਿੱਤਰ ਆਤਮਾ ਹੀ ਸੀ। ਪਵਿੱਤਰ ਆਤਮਾ ਹੀ ਮਰੀਅਮ ਦੇ ਪੇਟ ਵਿੱਚ ਗਿਆ, ਤੇ ਮੈਂ ਤੁਹਾਨੂੰ ਦੱਸਦਾ ਵੀ ਉਹ ਤਿੰਨ ਨਹੀਂ ਆ, ਇੱਕੋ ਹੀ ਆ। ਉਹ ਇੱਕੋ ਹੀ ਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਆ, ਕਿਉਂਕਿ ਪਵਿੱਤਰ ਆਤਮਾ ਜੋ ਪਵਿੱਤਰ ਆਤਮਾ ਸੀ ਮਰੀਅਮ ਦੇ ਅੰਦਰ ਚਲਾ ਗਿਆ। ਜਦੋਂ ਮਰੀਅਮ ਦੇ ਅੰਦਰ ਪਵਿੱਤਰ ਆਤਮਾ ਗਿਆ ਤੇ ਉਹ ਪਵਿੱਤਰ ਹੋ ਗਈ ਪੂਰੀ ਤਰ੍ਹਾਂ। ਅੱਜ ਜੇ ਸਾਡੇ ਜੀਵਨਾਂ ਦੇ ਵਿੱਚ ਯੀਸ਼ੂ ਮਸੀਹ ਹੋਵੇਗਾ ਤੇ ਅਸੀਂ ਵੀ ਪਵਿੱਤਰ ਹੋ ਜਾਾਂਗੇ, ਅਸੀਂ ਵੀ ਬੱਚੇ ਪੈਦਾ ਕਰਾਂਗੇ। ਅਸੀਂ ਬੱਚੇ ਕਿਸ ਤਰ੍ਹਾਂ ਪੈਦਾ ਕਰ ਸਕਦੇ? ਅੰਤ ਸਮੇਂ ਦੀ ਸੇਵਕਾਈ ਲੋਕਾਂ ਦੇ ਸਾਹਮਣੇ ਰੱਖਣੀ ਆ, ਲੋਕਾਂ ਨੂੰ ਸੱਚਾਈ ਦੱਸਣੀ ਆ ਵੀ ਯੀਸ਼ੂ ਮਸੀਹ ਸਾਡੇ ਵਿੱਚ, ਜੇ ਯੀਸ਼ੂ ਮਸੀਹ ਤੁਹਾਡੇ ਵਿੱਚ ਹੋਵੇਗਾ, ਨਬੀ ਨੇ ਕਿਹਾ ਤੁਸੀਂ ਕਿੰਨੇ ਪ੍ਰਾਣ ਹੁਣ ਤੱਕ ਬਚਾਏ ਆ। ਜੇ ਤੁਹਾਡੇ ਅੰਦਰ ਖੁਦਾ ਦਾ ਆਤਮਾ ਰਹਿੰਦਾ ਆ ਤੇ ਜਾਓ ਪ੍ਰਾਣਾਂ ਨੂੰ ਬਚਾਓ, ਕਿਉਂਕਿ ਇੱਕ ਪ੍ਰਾਣ ਦੀ ਕੀਮਤ 10,000 ਸੰਸਾਰ ਤੋਂ ਵੀ ਜ਼ਿਆਦਾ ਆ। ਮੈਂ ਤੁਹਾਨੂੰ ਦੱਸ ਰਿਹਾ ਵੀ ਲੋਕ ਅੱਜ ਭਟਕੇ ਹੋਏ ਆ। ਕੁਝ ਦਿਨ ਪਹਿਲਾਂ ਮੈਂ ਹਿਮਾਚਲ ਵਿੱਚ ਗਿਆ ਸੀਗਾ, ਤੇ ਮੈਂ ਇੱਥੋਂ ਪ੍ਰਾਰਥਨਾ ਕਰਕੇ ਗਿਆ, ਪ੍ਰਭੂ ਜੀ ਮੇਰਾ ਜਾਣਾ ਉੱਥੇ ਤੇਰੇ ਵਚਨ ਦੇ ਕਾਰਨ ਹੋਵੇ। ਪ੍ਰਭੂ ਯਿਸੂ ਮਸੀਹ ਤੇਰੇ ਵਚਨ ਦੇ ਅਨੁਸਾਰ ਮੈਂ ਉੱਥੇ ਤੇਰਾ ਵਚਨ ਸੁਣਾਵਾਂ। ਪ੍ਰਭੂ ਜੀ ਆਪਣੀ ਮਰਜ਼ੀ ਦੇ ਨਾਲ ਕੁਝ ਲੋਕਾਂ ਨੂੰ ਨਾ ਸੁਣਾਵਾਂ। ਉੱਥੇ ਕੀ ਹੋਇਆ ਕਿ ਪਾਸਟਰ ਦੇ ਨਾਲ ਮੇਰੀ ਗੱਲ ਹੋਈ, ਉਹ ਕੇਕ ਕੱਟ ਰਿਹਾ ਸੀ। ਮੈਂ ਕਿਹਾ ਪਾਸਟਰ ਜੀ ਵੀ ਕੀ ਜਿਹੜਾ ਤੁਸੀਂ ਕ੍ਰਿਸਮਸ ਮਨਾ ਰਹੇ ਹੋ ਇਹ ਬਾਈਬਲ ਦੇ ਵਿੱਚ ਹੈਗਾ? ਜਿਹੜਾ ਤੁਸੀਂ ਕ੍ਰਿਸਮਸ ਮਨਾ ਰਹੇ ਹੋ ਕੀ ਬਾਈਬਲ ਦੇ ਵਿੱਚ ਹੈਗਾ ਆ? ਕਿ ਇਹ ਹੁਕਮ ਦਿੱਤੇ ਗਏ ਆ ਵੀ ਤੁਸੀਂ ਕੇਕ ਕੱਟਣਾ ਆ? ਉਸ ਪਾਸਟਰ ਨੇ ਇੰਨੇ ਗੁੱਸੇ ਦੇ ਨਾਲ ਮੇਰੇ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰਤੀ, ਇੱਥੇ ਤੱਕ ਕਿ ਉਹ ਮੈਨੂੰ ਮਾਰਨ ਨੂੰ ਪੈ ਰਿਹਾ ਸੀਗਾ, ਤੇ ਵਿੱਚ ਕੋਈ ਉਹਨਾਂ ਦਾ ਡੀਕਨ ਸੀਗਾ, ਉਹ ਵਿੱਚ ਆ ਕੇ ਉਹਨੇ ਮੈਨੂੰ ਛਡਾਇਆ। ਹੁਣ ਦੇਖੋ ਉਹਦੇ ਅੰਦਰ ਕਿਹੜਾ ਆਤਮਾ ਕੰਮ ਕਰ ਰਿਹਾ ਸੀ। ਜਦੋਂ ਮੈਂ ਵਚਨ ਦੀ ਗੱਲ ਕੀਤੀ ਤੇ ਉਹ ਮੇਰੇ ਹੱਥੀ ਪੈਣਾ ਸ਼ੁਰੂ ਹੋ ਗਿਆ। ਇਹ ਕੀ ਆ? ਇਹ ਸਭ ਸ਼ੈਤਾਨ ਦੀ ਸਿੱਖਿਆ ਆ। ਨਬੀ ਨੇ ਕਿਹਾ ਆ ਜੇ ਤੁਸੀਂ ਸਰਪ ਦੇ ਸਿਰ ਦੇ ਉੱਪਰ ਹੱਥ ਮਾਰੋਗੇ ਉਹ ਫਣ ਚੱਕੂਗਾ। ਮੈਂ ਉਹਨੂੰ ਕੁਛ ਨਹੀਂ ਗਲਤ ਕਿਹਾ। ਮੈਂ ਕਿਹਾ ਬ੍ਰਦਰ ਜੀ ਵਚਨ ਦੇ ਅਨੁਸਾਰ ਦੇਖੋ ਕੀ ਸਾਨੂੰ ਇਹ ਕੰਮ ਕਰਨਾ ਸ਼ੋਭਾ ਦਿੰਦਾ ਆ। ਲੇਕਿਨ ਉਹ ਇੰਨਾ ਕ੍ਰੋਧਿਤ ਹੋਇਆ, ਮੈਨੂੰ ਉਹਨੇ ਸ਼ੈਤਾਨ ਕਿਹਾ। ਮੈਨੂੰ ਕਹਿੰਦਾ ਤੂੰ ਬਾਲ ਜ਼ਬੂਲ ਆ। ਮੈਂ ਕਿਹਾ ਹਾਂ ਮੈਂ ਸ਼ੈਤਾਨ ਆ, ਕਿਉਂਕਿ ਯੀਸ਼ੂ ਮਸੀਹ ਨੂੰ ਵੀ ਸ਼ੈਤਾਨ ਕਿਹਾ ਗਿਆ ਸੀ ਜਦੋਂ ਉਹ ਵਚਨ ਦੀ ਸੇਵਕਾਈ ਕਰਦਾ ਸੀ। ਉਹ ਕਹਿੰਦਾ ਨਹੀਂ ਅਸੀਂ ਤੁਹਾਡੀਆਂ ਗੱਲਾਂ ਨੂੰ ਨਹੀਂ ਮੰਨਣਾ। ਮੈਂ ਕਿਹਾ ਮੇਰੀਆਂ ਗੱਲਾਂ ਨਹੀਂ ਆ, ਬਾਈਬਲ ਇਸ ਚੀਜ਼ ਨੂੰ ਬਿਆਨ ਕਰਦੀ ਆ। ਉਹਦੀ ਪਤਨੀ ਜਿਹੜੀ ਕੋਲ ਬੈਠੀ ਸੀ ਉਹਨੇ ਬੜਾ ਮੇਕਅਪ ਕੀਤਾ ਹੋਇਆ ਸੀ, ਲਿਪਸਟਿਕ ਲਗਾਈ ਸੀ, ਕੰਨਾਂ 'ਚ ਵਾਲੀਆਂ। ਮੈਂ ਕਿਹਾ ਬ੍ਰਦਰ ਕੀ ਵਚਨ ਸਾਨੂੰ ਇਜਾਜ਼ਤ ਦਿੰਦਾ ਵੀ ਅਸੀਂ ਇਹ ਕੰਮ ਕਰੀਏ? ਉਹ ਕਹਿੰਦਾ ਹਾਂ, ਕਹਿੰਦਾ ਅਸੀਂ ਪਰਮੇਸ਼ਵਰ ਦੀ ਬੇਟੀਆਂ ਨਿੱਕਰਾਂ ਵੀ ਪਾ ਸਕਦੀਆਂ, ਸ਼ੋਰਟ ਵੀ ਪਾ ਸਕਦੀਆਂ। ਕਹਿੰਦਾ ਜਿਹੜਾ ਜੋਇਸ ਮਾਇਰ ਪ੍ਰਚਾਰ ਕਰਦੀ ਹੈ ਕਹਿੰਦਾ ਜਿੱਦਾਂ ਦੇ ਮਰਜ਼ੀ ਕੱਪੜੇ ਪਾ ਸਕਦੀ ਹੈ। ਮੈਂ ਕਿਹਾ ਉਹਨੂੰ ਬ੍ਰਦਰ ਜੀ ਪਰਮੇਸ਼ਵਰ ਦੀ ਬੇਟੀਆਂ ਅੰਗ ਪ੍ਰਦਰਸ਼ਨ ਨਹੀਂ ਕਰਦੀਆਂ।
खुदा दी बेटियां पवित्रताई दे नाल टकीਆਂ ਹੋਈਆਂ ਆ, वचन ਨਾਲ ਸ਼ਿੰਗਾਰੀਆਂ ਹੋਈਆਂ। लेकिन वो इन्ना क्रोधित होया, उस जगह तो उठ के चल गया, कहना मैं तुहाडी एक भी गल नहीं सुनूंगा। इसे तरह मैं 2-3 जगह ते होर गया, लेकिन किसी ने भी वचन को एक्सेप्ट नहीं किया। हरेक ने मेरा विरोध किया ते मैनू शैतान कहा भी ये गलत सिक्ख्या लैके आया है। लेकिन मैं उन्होंने कहा नहीं, तुसीं बाइबल विचों देखो भी सिक्ख्या किहदी है, कि मैं अपने वालों बोलदा या बाइबल विचों बोलदा। जे मैं बाइबल तो बोलदा तो फिर तुसीं दोषी हो, जे मैं अपने वालों बोलदा फिर मैं दोषी हाँ। लेकिन मैं अपने वालों नहीं, मैं जो वचन दे विच लिखिया मैं तुहाडे नाल ओह गल्लां करदा। लेकिन वो लोकां ने गल नहीं सुनी, क्योंकि लोग अज की है मरे हुए आ। नबी ने कहा, एक नबी शर्मिंदा हो गया। एक नबी का संदेश है जिहदे लिखा भी एक नबी शर्मिंदा हो रहा, सचमुच अज शर्मिंदे हो रहे ओहदे लोग। मैं बड़ा शर्मिंदा होया, मैं प्रभु अगे घुटनियां भार गिरिया। मैं कहा खुदावंद ये तेरी सच्चाई तो बहुत दूर है, इन्हां ते दया कर। ते नबी ने कहा इहो जिहे लोकां दी सानूं लोड़ आ जिहड़े सच्चाई दा वचन सुना के घुटनियां पार हो के प्रार्थना कर, उन्हां वास्ते रोण भी प्रभु जी इन्हां ते दया कर। की पता साडी प्रार्थना दे नाल उन्हां ते दया हो जाए। मैं बीज के आया हाँ, जे खुदा दा वचन उत्थे होया, जे खुदा दे वचन वाला कोई मनुख उत्थे होया तो जरूर वो बाहर आवेगा। लेकिन मेरा काम सीगा होका देना, एक चौकीदार का काम हुंदा जगाना। मैं उन्होंने यही कहा भी तुसी जागो, वचन दे विच जागो। हुण जागदे या सोंदे उन्हां ते डिपेंड करदा है। जो मेरी ड्यूटी सी मैं पूरी करके आया। मैं एक हफ्ता उत्थे यही काम कीता, मेरा बहुत विरोध उस स्थान दे विच होया। लेकिन मैं खुदा नूं कहा प्रभु जी चाहे मेरे कोई आके चपेड़ भी मार दूगा, मैं तां वी उहनूं कुछ नहीं कहूंगा, जो तेरा वचन कहना मैं सिखाऊंगा। इत्थे तक कि जिस रिश्तेदारां दे विच गया सी उन्हां ने भी मेरा विरोध किया। वो कहते असीं तेरी सिक्ख्या नूं नहीं मानते। लेकिन मैं कहा मेरी सिक्ख्या नहीं, ये वचन की सिक्ख्या आ, ये प्रभु यीशु मसीह की सिक्ख्या आ, जिन्हों तुहानूं मनना ही पैना। जे तुसीं नहीं मानते फिर तुसीं दोषी हो। लेकिन आ संसार देखो किद्दां पाप विच चला गया, लोकां नूं कुछ भी नहीं पता। भाई ब्रैनम ने कहा ये मिशनरी लोकां नूं बाइबल दा कूड़ा एड़ा भी नहीं पता। जे असीं इन्हां नाल की इन्हां नूं गल समझावांगे लोकां नूं, असीं जिन्हां नूं पाप दा ही नहीं पता भी उत्पत विच किहड़ा पाप होया सी, उन्हां नूं असीं ब्रह्मांड दीयां गल्लां या उपर दी गल्लां दस्सांगे ते ओह किस तरह विश्वास करनगे। जिद्दां यीशु मसीह ने कहा मैं तां तुहाडे नाल इत्थे रह के गल्लां करदा, जे मैं तुहाडे नाल उपरलियां गल्लां करां तुसीं किद्दां विश्वास करोगे? तुसीं विश्वास नहीं कर सकदे। अज इसे तरह लोकां दे जीवन हो गए आ। लोकी अज आत्मा च भरना नहीं चाहते। अज लोकी अनीमिक ने, उन्होंने खून की कमी है। किहड़ी खून की कमी है? जे यीशु मसीह का लहू उन्होंने अंदर जाएगा तां ही वो जानणगे। अज लोग बीमार ने, आत्मिक तौर पर लोग बीमार आ। नबी ने कहा लोगों को अज शुगर आ, आत्मिक तौर पर बीमार ने, उन्होंने बीमारी आ। उन्होंने जो भी वो खाते आ वचन उन्होंने लगता नहीं है, क्योंकि वचन नूं एक सिस्टम के नाल खाना पैंदा। वचन नूं अग दे नाल भुन के खाना आ। अग दे नाल भुन के किद्दां खावांगे? जदों तक कोई मनुख प्रभु यीशु मसीह के नाम च बसमा नहीं लैंदा। एक ही एक एडमिशन आ, यीशु मसीह के नाम च बसमा लैना स्कूल की एडमिशन आ, उहदे बाद जीवन शुरू हुंदा है। ये नहीं आ भी तुसीं यीशु मसीह के नाम च बसमा लै लिया ते ओहदे वचन च लिखा है यीशु मसीह के नाम च बसमा लो तां पवित्र आत्मा का दान पाओगे। पवित्र आत्मा की है? पवित्र आत्मा का काम आ, पवित्र आत्मा का दान यही आ जिहड़े मनुख के अंदर पवित्र आत्मा आंदा आ वो संसार तो मर जाता है। उन्होंने कोई मतलब नहीं संसार के नाल, वो सिर्फ खुदा की सेवकाई नूं लोचूगा, वो खुदा के कम्मां नूं लोचूगा। ना उस सेवक नूं जिहड़ा पवित्र आत्मा नाल भरिया हुंदा उन्होंने पैसे का लालच नहीं हुंदा। उन्होंने ये हुंदा जे कोई दान दिंदा, दशमांश दिंदा, वो खुदा के कम्मां नूं इस्तेमाल करदा, अपनी ऐश प्रस्ती दे लई इस्तेमाल नहीं करदा। ये आ खुदा के कम्मां दी निशानी, ये पवित्र आत्मा की निशानी आ। फिर उस स्थान दे विच उन्हां नाल मेरी काफ़ी बहस हुई तो मैं उन्होंने कहा, मैं कहा ब्रदर जे तुहाडे अंदर खुदा का आत्मा आ फिर क्रोध तुहाडे विच क्यों आ गया? तुसीं हलीम होवो। जदों इन्नी गल कही तो फिर की होया, वो ब्रदर बड़ा हलीम होया, लेकिन जाते हुए फिर मेरे वाल बड़े गुस्से नाल अखां कट के मनुख गया। तो मैं कहा प्रभु जी इनू माफ कर, क्योंकि नहीं जानता की करता है, इनू नहीं पता भी खुदा का दूत तेरे अगे खड़ा आ, जिहड़ा वचन लैके आया, जिहड़ा दो तारी तलवार लैके तेरे अगे खड़ा। लेकिन वो की होया, बलियाम की सिक्ख्या वाल लोग जा रहे हैं। जिद्दां बलियाम ने दूत नूं नहीं देखिया सी, जिहड़ा दूत तलवार लैके खड़ा सीगा, ते की होया बलियाम उस दूत नूं देख नहीं पाया।
लेकिन जो खुदा ने ਉਹਦੀ ਅੱਖਾਂ ਖੋਲੀਆਂ ਤਾਂ ਉਹ ਦੂਤ ਨੇ ਉਸ ਬਲਿਆਮ ਨੇ ਉਸ ਦੂਤ ਨੂੰ ਦੇਖਿਆ, ਲੇਕਿਨ ਉਹਦੀ ਗਦੀ ਨੇ ਦੂਤ ਨੂੰ ਦੇਖਿਆ ਸੀ। ਅੱਜ ਜਿਹੜੇ ਲੋਕ ਹਲੀਮ ਆ, ਗਦੀ ਦਾ ਮਤਲਬ ਹੁੰਦਾ ਗਦੀ ਹਲੀਮੀ ਨੂੰ ਦਰਸਾਉਂਦੀ ਆ। ਅੱਜ ਜੇ ਤੁਸੀਂ ਆਪਣੇ ਆਪ ਨੂੰ ਕਹੋਗੇ ਵੀ ਖੁਦਾ ਮੈਂ ਤੇਰੇ ਅੱਗੇ ਹਲੀਮ ਹੁੰਨਾ, ਜਿੱਦਾਂ ਇੱਕ ਗਦੀ ਹਲੀਮ ਹੁੰਦੀ ਆ ਤੇ ਜਿੱਧਰ ਨੂੰ ਚਾਹੇ ਉਹਦਾ ਮਾਲਕ ਉਹਨੂੰ ਲੈ ਕੇ ਜਾਂਦਾ। ਜੇ ਤੁਸੀਂ ਅੱਜ ਹਲੀਮ ਹੋਵੋਗੇ ਤੇ ਖੁਦਾ ਦਾ ਪਵਿੱਤਰ ਆਤਮਾ ਤੁਹਾਡੇ ਅੰਦਰ ਕੰਮ ਕਰੇਗਾ। ਲੇਕਿਨ ਅੱਜ ਸੰਸਾਰ ਦੇ ਲੋਕਾਂ ਨੇ ਆਪਣੇ ਰੀਤੀ ਰਿਵਾਜ ਬਣਾ ਲਏ ਆ। ਲੋਕਾਂ ਦੇ ਅੰਦਰ ਮਸੀਹਤ ਤਾਂ ਛੱਡੋ, ਲੋਕਾਂ ਦੇ ਅੰਦਰ ਇਨਸਾਨੀਅਤ ਵੀ ਖਤਮ ਹੋ ਗਈ ਹੈ। ਲੋਕ ਦੇਖ ਕੇ ਹੀ ਛੱਡਦੇ ਆ ਵੀ ਇਹ ਕਿਉਂ ਬਾਈਬਲ ਚੱਕ ਕੇ ਆ ਗਏ, ਕਹਿੰਦੇ ਯੀਸ਼ੂ ਦਾ ਪ੍ਰਚਾਰ ਨਹੀਂ ਕਰਨਾ। ਤੇ ਮੈਂ ਕਿਹਾ ਅਸੀਂ ਤੁਸੀਂ ਕਾਹਦਾ ਪ੍ਰਚਾਰ ਕਰਦੇ ਜੇ ਅਸੀਂ ਯੀਸ਼ੂ ਦਾ ਪ੍ਰਚਾਰ ਕਰਦੇ ਆ? ਕਹਿੰਦੇ ਅਸੀਂ ਵੀ ਯੀਸ਼ੂ ਦਾ ਪ੍ਰਚਾਰ ਕਰਦੇ। ਤੇ ਮੈਂ ਕਿਹਾ ਮੈਂ ਵੀ ਯੀਸ਼ੂ ਦਾ ਪ੍ਰਚਾਰ ਕਰਦਾ, ਫਿਰ ਵਿਰੋਧ ਕਿਉਂ ਕਰਦੇ ਹੋ ਤੁਸੀਂ ਇਹ ਚੀਜ਼ਾਂ ਦਾ? ਲੇਕਿਨ ਦੇਖੋ ਜੋ ਬਾਈਬਲ ਵਿੱਚ ਲਿਖਿਆ ਗਿਆ ਉਹ ਸਭ ਪੂਰਾ ਹੋਣਾ ਹੈ। ਪੂਰੇ ਸੰਸਾਰ ਦੇ ਲੋਕ ਇਸ ਸਿੱਖਿਆ ਦੇ ਖਿਲਾਫ ਆ। ਭਾਈ ਬ੍ਰੈਨਮ ਨੇ ਕਿਹਾ ਆ पूरे नरक के दुष्ट आत्मे, पूरे संसार के दुष्ट आत्मे इस सिक्ख्या के खिलाफ। लेकिन ये सिक्ख्या किहड़ी सिक्ख्या है? ये सिक्ख्या जीवन की सिक्ख्या। जेड़ा मनुख ਜਿਹੜੇ ਮਨੁੱਖ ਦੇ ਅੱਖਾਂ ਦੇ ਛਿਲਕੇ ਉੱਤਰ ਗਏ ਆ ਉਹ ਸਮਝ ਜੂਗਾ ਵੀ ਯੀਸ਼ੂ ਮਸੀਹ ਕੌਣ ਆ। ਯੀਸ਼ੂ ਮਸੀਹ ਕੋਈ ਹੋਰ ਨਹੀਂ, ਯੀਸ਼ੂ ਮਸੀਹ ਅਨੰਤ ਕਾਲ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਆ, ਜਿਨੇ ਸਾਡੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਆਪਣੀ ਜਾਨ ਦਿੱਤੀ। ਉਹਨੇ ਕਿਹਾ ਜਿਹੜਾ ਵਿਸ਼ਵਾਸ ਕਰੇਗਾ ਜੀਵਨ ਪਾਵੇਗਾ। ਵਿਸ਼ਵਾਸ ਤਾਂ ਅੱਜ ਭੂਤ ਵੀ ਕਰਦੇ ਆ। ਜੇ ਕੋਈ ਸੇਵਕ ਜਾਂ ਪਾਸਟਰ ਭੂਤ ਨੂੰ ਬੋਲਦਾ ਹੈ, ਦੁਸ਼ਟ ਆਤਮਾ ਨੂੰ ਬੋਲਦਾ ਯੀਸ਼ੂ ਦੇ ਨਾਮ 'ਚ ਜਾ ਤੇ ਉਹ ਜਾਂਦੇ ਆ। ਲੇਕਿਨ ਅੱਜ ਦੇ ਜਿਹੜੇ ਲੋਕ ਨੇ ਇਹ ਭੂਤਾਂ ਤੋਂ ਵੀ ਨਿਕੰਮੇ ਹੋ ਗਏ ਆ। ਬਾਈਬਲ ਸਾਹਮਣੇ ਰੱਖੀ ਆ, ਮੈਂ ਉਸ ਪਾਸਟਰ ਨੂੰ ਵਚਨ ਤੇ ਵਚਨ ਪੜ੍ਹਾ ਰਿਹਾ, ਕਹਿੰਦਾ ਮੈਂ ਨਹੀਂ ਮੰਨਣਾ। ਇਹ ਕੀ ਆ? ਇਹ ਲੋਕ ਐਂਟੀ ਕ੍ਰਾਈਸਟ ਆ। ਨਬੀ ਨੇ ਕਿਹਾ ਇਹੀ ਲੋਕ ਐਂਟੀ ਕ੍ਰਾਈਸਟ ਆ ਜਿਨ੍ਹਾਂ ਨੇ ਆਪਣੇ ਸਿਸਟਮ ਕਰ ਲਏ। ਅੱਜ ਲੋਕਾਂ ਨੇ ਆਪਣੀ ਖਵਾਇਸ਼ਾਂ ਕਰਕੇ ਆਪਣੇ ਆਪਣੇ ਗੁਰੂ ਧਾਰ ਲਏ ਆ। ਜੇ ਕੋਈ ਕਿਸੇ ਨੂੰ ਬੋਲਦਾ ਆ ਕੁਛ, ਉਹ ਦੂਜਾ ਗੁਰੂ ਛੱਡ ਕੇ ਦੂਜੇ ਕੋ ਚਲੇ ਜਾਂਦੇ। ਕਿਉਂ? ਉਹਨਾਂ ਨੂੰ ਪਤਾ ਸਾਨੂੰ ਇੱਥੋਂ ਡਾਂਟ ਪੈਂਦੀ ਆ, ਇਸ ਕਰਕੇ ਚਲੇ ਜਾਂਦੇ ਆ। लेकिन कुछ लोग ਇਹੋ ਜਿਹੇ ਵੀ ਆ ਜਿਹੜੇ ਸਹੀ ਸਿੱਖਿਆ ਨੂੰ ਮੰਨਦੇ ਆ, ਲੇਕਿਨ ਕੁਝ ਇਹੋ ਜਿਹੇ ਲੋਕ ਆ ਜਿਹੜੇ ਸਹੀ ਸਿੱਖਿਆ ਨੂੰ ਛੱਡ ਕੇ ਚਲੇ ਜਾਂਦੇ ਆ। ਲੇਕਿਨ ਪ੍ਰਭੂ ਦਾ ਵਚਨ ਕਹਿੰਦਾ ਧੰਨ ਉਹ ਮਨੁੱਖ ਆ ਜਿਹੜਾ ਅੰਤ ਤੋੜੀ ਸਹੂਗਾ। ਜਦੋਂ ਮਿਲਟਰੀ ਵਿੱਚ ਭਰਤੀ ਹੁੰਦੀ ਆ ਤੇ ਹਜ਼ਾਰਾਂ ਲੋਕ ਉੱਥੇ ਜਾਂਦੇ ਆ, ਹਜ਼ਾਰਾਂ ਜਵਾਨ ਉੱਥੇ ਜਾਂਦੇ ਆ, ਲੇਕਿਨ ਭਰਤੀ ਕਿੰਨੇ ਹੁੰਦੇ ਆ ਜਿਹੜੇ ਉਸ ਦੌੜ ਨੂੰ ਜਿੱਤਦੇ ਆ? ਇਹ ਕਿਹੜੀ ਦੌੜ ਆ? ਸੰਤ ਪੌਲਸ ਨੇ ਕਿਹਾ ਮੈਂ ਇੱਕ ਦੌੜ ਦੌੜਦਾ ਹਾਂ। ਅਸੀਂ ਸਾਰੇ ਦੌੜ 'ਚ, ਲੇਕਿਨ ਜਿੱਤਣ ਵਾਲਾ ਹੀ ਮੁਕਟ ਪਾਵੇਗਾ, ਦੂਜਾ ਮਨੁੱਖ ਮੁਕਟ ਨਹੀਂ ਪਾਵੇਗਾ। ਜੇ ਅਸੀਂ ਹਾਰ ਗਏ ਵੀ ਖੁਦਾਵੰਦ ਤੂੰ ਸਾਡੇ ਜੀਵਨ 'ਚ ਕੰਮ ਨਹੀਂ ਕਰਿਆ, ਹਾਰੋ ਨਾ, ਥੱਕੋ ਨਾ। ਯੀਸ਼ੂ ਮਸੀਹ ਨੇ ਕਿਹਾ ਸਭ ਕੁਝ ਪੂਰਾ ਹੋਇਆ, ਸਭ ਕੁਝ ਪੂਰਾ ਹੋ ਚੁੱਕਿਆ ਆ। ਜੇ ਤੁਸੀਂ ਕਮਜ਼ੋਰ ਹੋ ਕੋਈ ਗੱਲ ਨਹੀਂ, ਤਾਂ ਵੀ ਚੱਲੋ, ਖੁਦਾ ਦੇ ਵਿੱਚ ਚੱਲੋ, ਘਬਰਾਓ ਨਾ। ਪ੍ਰਭੂ ਯੀਸ਼ੂ ਮਸੀਹ ਆਪਣੇ ਲੋਕਾਂ ਨੂੰ ਅਨਾਥ ਨਹੀਂ ਛੱਡੂਗਾ। ਉਹਨੇ ਕਿਹਾ ਸੀ ਮੈਂ ਤੁਹਾਨੂੰ ਅਨਾਥ ਨਹੀਂ ਛੱਡੂਗਾ, ਮੈਂ ਤੁਹਾਡੇ ਲਈ ਇੱਕ ਪਵਿੱਤਰ ਆਤਮਾ ਤੁਹਾਡੇ ਲਈ ਇੱਕ ਸਹਾਇਕ ਭੇਜੂਗਾ। ਉਹ ਸਹਾਇਕ ਕਿਹੜਾ ਹੈ? ਉਹ ਸਹਾਇਕ ਪਵਿੱਤਰ ਆਤਮਾ ਹੈ। ਜਿਹੜਾ ਪਵਿੱਤਰ ਆਤਮਾ ਪਤਰਸ ਦੇ ਅੰਦਰ ਸੀ ਜਦੋਂ ਪਤਰਸ ਨੇ ਹਨਨਿਆ ਤੇ ਸ਼ਫੀਰਾ ਨੂੰ ਮਾਰਿਆ ਸੀ, ਉਹੀ ਪਵਿੱਤਰ ਆਤਮਾ ਸਾਡੇ ਅੰਦਰ ਹੈ। ਉਹੀ ਪਵਿੱਤਰ ਆਤਮਾ ਸਾਡੀ ਅਗਵਾਈ ਕਰਦਾ। ਉਸੇ ਪਵਿੱਤਰ ਆਤਮਾ ਨੇ ਸਾਨੂੰ ਦੱਸਿਆ ਵੀ ਯੀਸ਼ੂ ਮਸੀਹ ਤਿੰਨ ਨਹੀਂ ਆ, ਉਹ ਤਿੰਨ ਖੁਦਾ ਨਹੀਂ ਆ, ਤ੍ਰੈਟੀ ਨਹੀਂ ਆ, ਇੱਕੋ ਹੀ ਖੁਦਾ ਆ। ਬਾਈਬਲ ਬਿਆਨ ਕਰਦੀ ਆ ਇੱਕੋ ਹੀ ਬਸਮਾ, ਇੱਕੋ ਹੀ ਨਿਚਾ ਤੇ ਇੱਕੋ ਹੀ ਸਾਡਾ ਪ੍ਰਭੂ ਆ, ਕੋਈ ਹੋਰ ਪ੍ਰਭੂ ਨਹੀਂ ਆ। ਲੇਕਿਨ ਲੋਕਾਂ ਨੇ ਅੱਜ ਆਪਣੇ ਆਪਣੇ ਸਿਸਟਮ ਬਣਾ ਲਏ। ਇੱਕ ਪਾਸਟਰ ਨੂੰ ਮੈਂ ਮਿਲਿਆ ਪਿੱਛੇ, ਉਹ ਮੈਨੂੰ ਕਹਿੰਦਾ 3 ਸਿੰਘਾਸਨ ਲੱਗੇ ਆ ਤੇ ਮਰੀਅਮ ਦਾ ਸਿੰਘਾਸਨ ਅਲੱਗ ਲੱਗਾ ਆ। ਮੈਂ ਕਿਹਾ ਫਿਰ ਉਹਦੇ ਰਿਸ਼ਤੇਦਾਰ ਵੀ ਹੋਣੇ ਆ ਸਾਰੇ? ਕਹਿੰਦਾ ਹਾਂ ਉਹਦੇ ਯੀਸ਼ੂ ਮਸੀਹ ਦੇ ਰਿਸ਼ਤੇਦਾਰ ਵੀ ਉੱਪਰ ਹੋਣੇ ਆ। ਦੇਖੋ ਲੋਕਾਂ ਦੇ ਦਿਮਾਗ ਕਿੱਥੇ ਚਲੇ ਗਏ ਆ। ਲੋਕੀ ਬਾਈਬਲ ਵਿੱਚੋਂ ਨਹੀਂ ਪੜ੍ਹਦੇ, ਆਪਣਾ ਹੀ ਸਾਰਿਆਂ ਨੇ ਮਨ ਘੜਤ ਸਿਸਟਮ ਲਗਾ ਲਿਆ। ਇਹ ਕੀ ਆ? ਇਹ ਸਾਰੀ ਹੀ ਖੱਚਰ ਵਿਦਿਆ ਆ। ਲੇਕਿਨ ਸਾਨੂੰ ਚਾਹੀਦਾ ਜੋ ਖੁਦਾ ਦਾ ਵਚਨ ਕਹਿੰਦਾ ਉਹਦੇ ਅਨੁਸਾਰ ਅਸੀਂ ਵਚਨ ਨੂੰ ਮੰਨੀਏ। ਲੋਕੀ ਬਾਈਬਲ ਨਹੀਂ ਪੜ੍ਹਦੇ, ਵਚਨ ਨਹੀਂ ਦੇਖਦੇ, ਕਹਿੰਦੇ ਜੋ ਸਾਡਾ ਪਾਸਟਰ ਕਹੂਗਾ, ਜੋ ਸਾਡੀ ਮਿਸ਼ਨ ਕਹੂਗੀ ਅਸੀਂ ਉਹ ਕਰਾਂਗੇ। ਲੇਕਿਨ ਅੱਜ ਲੋਕਾਂ ਨੇ ਖੁਦਾ ਦੇ ਵਚਨ ਨੂੰ ਛੱਡਤਾ ਹੈ। ਹੁਣ ਕੀ ਹੋਇਆ? 6ਵੇਂ ਮਹੀਨੇ ਜਦੋਂ ਦੂਤ ਆਇਆ, 9 ਮਹੀਨੇ ਬਾਅਦ ਬੱਚਾ ਪੈਦਾ ਹੁੰਦਾ ਆ। ਮਾਰਚ ਅਪ੍ਰੈਲ ਦੇ ਵਿੱਚ ਜੀਵਨ ਆਉਂਦਾ ਆ ਤੇ ਮਾਰਚ ਅਪ੍ਰੈਲ ਦੇ ਵਿੱਚ ਯੀਸ਼ੂ ਮਸੀਹ ਪੈਦਾ ਹੋਇਆ। ਲੇਕਿਨ ਫਿਰ ਵੀ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਚੇਲਿਆਂ ਨੇ ਕੋਈ ਜਨਮ ਦਿਨ ਮਨਾਇਆ। ਠੀਕ ਆ, ਉਹ ਪੈਦਾ ਹੋਇਆ ਸੀਗਾ, ਉਹ ਪੈਦਾ ਹੋਇਆ ਪੂਰੇ ਸੰਸਾਰ ਵਾਸਤੇ ਪੈਦਾ ਹੋਇਆ। ਫਿਰ ਉਹ ਚਲਾ ਗਿਆ ਤੇ ਉਹਨੇ ਆਪਣਾ ਪਵਿੱਤਰ ਆਤਮਾ ਸਾਡੇ ਕੋਲ ਭੇਜਿਆ। ਲੇਕਿਨ ਕਿਤੇ ਸਾਨੂੰ ਕੋਈ ਹੁਕਮ ਨਹੀਂ ਆ। ਜੇ ਸਾਨੂੰ ਖੁਦਾ ਹੀ ਹੁਕਮ ਨਹੀਂ ਦਿੰਦਾ ਵੀ ਤੁਸੀਂ ਇਹ ਕੰਮ ਕਰਨਾ ਤੇ ਅਸੀਂ ਕਿਉਂ ਕਰੀਏ ਇਹ ਕੰਮ? ਲੇਕਿਨ ਅੱਜ ਸੰਸਾਰ ਦੇ ਲੋਕ ਆਪਣੀ ਮਰਜ਼ੀਆਂ ਦੇ ਨਾਲ ਕੰਮ ਕਰ ਰਹੇ ਆ। ਇਹ ਸਾਰਾ ਕੁਝ ਕੀ ਆ? ਐਂਟੀ ਕ੍ਰਾਈਸਟ ਆ। ਇਹ ਗਲਤ ਆ, ਸਾਰਾ ਕੁਝ ਵਚਨ ਤੋਂ ਬਾਹਰ ਆ। ਹੁਣ ਇੱਥੇ ਕੀ ਹੋਇਆ? ਤਦ ਮਰੀਅਮ ਨੇ ਦੂਤ ਨੂੰ ਆਖਿਆ ਇਹ ਕਿੱਕਰ ਹੋਵੇਗਾ, ਪੁਰਸ਼ ਮੈਨੂੰ ਨਹੀਂ ਜਾਣਦਾ। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਤੇ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਪਵਿੱਤਰ ਹੋਵੇਗਾ। ਔਰ ਵੇਖ ਤੇਰੀ ਸਾਕ ਇਲੀਸ਼ਬਤ
ਉਹਨੂੰ ਵੀ ਬੁਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ। ਹੁਣ ਇਹ ਸੀ ਇਹਦੇ ਰਿਸ਼ਤੇਦਾਰ ਸੀ ਇਲੀਸ਼ਬਤ ਸੀਗੀ, ਮਰੀਅਮ ਦੀ ਰਿਸ਼ਤੇਦਾਰ ਸੀਗੀ, ਕਹਿੰਦਾ ਉਸਦੇ ਵੀ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਅਤੇ ਉਸਦਾ ਇਹ 6ਵਾਂ ਮਹੀਨਾ ਹੈ। ਕੀ ਹੋਇਆ ਜਦੋਂ ਇਹ 6ਵਾਂ ਮਹੀਨਾ ਚੱਲ ਰਿਹਾ ਸੀਗਾ ਇਲੀਸ਼ਬਤ ਦਾ, ਨਾ ਕਿ 6ਵੇਂ ਮਹੀਨੇ ਇਲੀਸ਼ਬਤ ਦੇ ਕੋਲ ਦੂਤ ਨਹੀਂ ਗਿਆ, 6ਵੇਂ ਮਹੀਨੇ ਦੂਤ ਮਰੀਅਮ ਦੇ ਕੋਲ ਗਿਆ ਸੀਗਾ। ਜਦੋਂ ਮੈਂ ਉਸ ਪਾਸਟਰ ਨਾਲ ਗੱਲ ਕੀਤੀ, ਮੈਨੂੰ ਕਹਿੰਦਾ 6ਵੇਂ ਮਹੀਨੇ ਦਾ ਇਲੀਸ਼ਬਤ ਦੇ ਕੋਲ ਦੂਤ ਗਿਆ ਸੀ। ਮੈਂ ਕਿਹਾ ਪਾਸਟਰ ਜੀ ਬਾਈਬਲ ਪੜ੍ਹੋ, ਕਹਿੰਦਾ ਮੈਂ ਨਹੀਂ ਪੜ੍ਹਦੀ। ਦੇਖੋ ਕਿੱਦਾਂ ਦੇ ਲੋਕ ਨੇ, ਬਾਈਬਲ ਦਾ ਵਚਨ ਮੰਨਣ ਤੋਂ ਇਨਕਾਰ ਕਰਦੇ ਆ। ਕਹਿੰਦਾ ਅਸੀਂ ਇਨਕਾਰ ਕਰਦੇ ਇਸ ਵਚਨ ਦਾ, ਸ਼ਰੇਆਮ ਉਹਨੇ ਕਿਹਾ, ਮੈਂ ਬਾਈਬਲ ਖੋਲ ਕੇ ਸਾਹਮਣੇ ਰੱਖਤੀ। ਉਹ ਕਹਿੰਦਾ ਸ਼ੈਤਾਨ ਨਾਲ ਮੈਂ ਗੱਲਾਂ ਨਹੀਂ ਕਰਦਾ। ਦੇਖੋ ਲੋਕ ਕੀ ਕਰਦੇ ਆ, ਖੁਦਾ ਦੇ ਵਚਨ ਨੂੰ ਰੱਖਦੇ ਆ। ਉਹਨੇ ਮੈਨੂੰ ਨਹੀਂ ਰੱਦਿਆ, ਉਸ ਮਨੁੱਖ ਨੇ, ਉਸ ਪਾਸਟਰ ਨੇ ਕਿਹਦੇ ਵਚਨ ਨੂੰ ਰੱਦਿਆ? ਖੁਦਾ ਬੰਦੇ ਵਚਨ ਨੂੰ ਰੱਦਿਆ। 6ਵਾਂ ਮਹੀਨਾ ਚੱਲ ਰਿਹਾ ਸੀਗਾ ਉਹਦਾ, ਨਾ ਕਿ 6ਵੇਂ ਮਹੀਨੇ ਇਲੀਸ਼ਬਤ ਦੇ ਕੋਲ ਦੂਤ ਗਿਆ ਸੀਗਾ। ਜੰਮੇਗਾ ਉਹ ਪਵਿੱਤਰ ਪਰਮੇਸ਼ਵਰ ਕਹਾਵੇਗਾ, ਵੇ ਤੇਰੀ ਸਾਕ ਇਲੀਸ਼ਬਤ ਨੂੰ ਬੁਢੇਪੇ ਵਿੱਚ ਪੁੱਤਰ ਹੋਣ ਵਾਲਾ ਹੈ, ਜਿਹੜੀ ਬਾਂਝ ਕਹਾਉਂਦੀ ਸੀ। 6ਵਾਂ ਮਹੀਨਾ ਹੈ, ਕਿਉਂਕਿ ਕੋਈ ਵਚਨ ਪਰਮੇਸ਼ਵਰ ਦੇ ਵੱਲੋਂ ਸ਼ਕਤੀਹੀਣ ਨਾ ਹੋਵੇਗਾ। ਮਰੀਅਮ ਨੇ ਕਿਹਾ, ਵੇਖ ਮੈਂ ਪ੍ਰਭੂ ਦੀ ਬਾਂਦੀ ਹਾਂ, ਮੇਰੇ ਨਾਲ ਆਖੇ ਅਨੁਸਾਰ ਹੋਵੇ। ਤਾਂ ਦੂਤ ਉਸਦੇ ਕੋਲੋਂ ਚਲਿਆ ਗਿਆ। ਹੁਣ ਇੱਥੇ ਕੀ ਹੋਇਆ? ਦੂਤ ਉਸਦੇ ਕੋਲੋਂ ਚਲਿਆ ਗਿਆ। ਉਹਨੇ ਦਿਨ ਮਰੀਅਮ ਉੱਠ ਕੇ ਛੇਤੀ ਨਾਲ ਪਹਾੜੀ ਦੇਸ਼ ਵਿੱਚ ਯਹੂਦਾ ਦੇ ਇੱਕ ਨਗਰ ਨੂੰ ਗਈ ਅਤੇ ਜ਼ਕਰਿਆ ਦੇ ਘਰ ਜਾ ਕੇ ਇਲੀਸ਼ਬਤ ਨੂੰ ਪ੍ਰਣਾਮ ਕੀਤਾ। ਹੁਣ ਕੀ ਹੋਇਆ? ਮਰੀਅਮ ਆਪਣੀ ਸਾਖ ਦੇ ਘਰ ਚਲ ਗਈ, ਆਪਣੇ ਉਸ ਰਿਸ਼ਤੇਦਾਰ ਦੇ ਘਰ ਚਲੀ ਗਈ। ਤਾਂ ਇਉਂ ਹੋਇਆ, ਜੇ ਇਲੀਸ਼ਬਤ ਨੇ ਮਰੀਅਮ ਦਾ ਪ੍ਰਣਾਮ ਸੁਣਿਆ ਤਾਂ ਬੱਚਾ ਉਸਦੀ ਕੁੱਖ ਵਿੱਚ ਉਛਲ ਪਿਆ ਤੇ ਇਲੀਸ਼ਬਤ ਪਵਿੱਤਰ ਆਤਮਾ ਦੇ ਨਾਲ ਭਰ ਗਈ। ਹੁਣ ਇੱਥੇ ਕੀ ਹੋਇਆ? ਪਵਿੱਤਰ ਆਤਮਾ ਦੇ ਨਾਲ ਭਰ ਗਈ ਆ। ਉਹਦੇ ਬਾਅਦ ਜਿਹੜੀ ਮਰੀਅਮ ਸੀ, ਮਰੀਅਮ 3 ਮਹੀਨੇ ਤੱਕ ਉਸ ਜਗ੍ਹਾ ਤੇ ਰਹੀ ਆ, ਇਲੀਸ਼ਬਤ ਦੇ ਨਾਲ ਉਸਦੇ ਘਰ ਦੇ ਵਿੱਚ 3 ਮਹੀਨੇ ਤੱਕ ਰਹੀ ਆ। ਇਹ ਅਸੀਂ ਪੜ੍ਹ ਸਕਦੇ ਹਾਂ 1 ਦੀ 56 ਦੇ ਵਿੱਚ। ਤਾਂ ਮਰੀਅਮ 3 ਕੁ ਮਹੀਨੇ ਉਸਦੇ ਨਾਲ ਰਹਿ ਕੇ ਆਪਣੇ ਘਰ ਮੁੜ ਗਈ। ਹੁਣ ਇਲੀਸ਼ਬਤ ਦੇ ਜਨਮ ਦਾ ਵੇਲਾ ਆ ਪੁੱਜਾ। ਜਿਹੜਾ ਯਹੂਨਾ ਸੀਗਾ ਯੀਸ਼ੂ ਮਸੀਹ ਤੋਂ 6 ਮਹੀਨੇ ਵੱਡਾ ਸੀਗਾ ਉਮਰ ਦੇ ਵਿੱਚ। ਜੇ 6ਵੇਂ ਮਹੀਨੇ ਦੂਤ ਆਇਆ ਹੁੰਦਾ ਤੇ ਦੋਨੋਂ ਇੱਕ ਹੀ ਸਮੇਂ ਵਿੱਚ ਪੈਦਾ ਹੋਏ ਹੁੰਦੇ, 1-2 ਦਿਨ ਦਾ ਫਰਕ ਹੁੰਦਾ। ਲੇਕਿਨ ਲੋਕ ਬਾਈਬਲ ਨਹੀਂ ਪੜ੍ਹਦੇ, ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਬਚਨ ਸਾਨੂੰ ਕੀ ਕਹਿੰਦਾ ਹੈ। ਹੁਣ ਇਲੀਸ਼ਬਤ ਦੇ ਜਨਮ ਦਾ ਵੇਲਾ ਆ ਪੁੱਜਾ ਅਤੇ ਉਹ ਪੁੱਤਰ ਜਣੀ ਅਤੇ ਉਸਦੇ ਗੁਆਂਢੀਆਂ ਨੇ, ਸਾਕਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸਨੂੰ ਵੱਡੀ ਦਇਆ ਕੀਤੀ ਹੈ, ਖੁਸ਼ੀ ਮਨਾਈ। ਤਾਂ ਇਉਂ ਹੋਇਆ ਕਿ 8ਵੇਂ ਦਿਨ ਬਾਲਕ ਦੀਆਂ ਸੁਣਤਾਂ ਲਈ ਆਏ ਅਤੇ ਉਸਦਾ ਨਾਮ ਜ਼ਕਰਿਆ ਰੱਖਣ ਲੱਗੇ। ਅਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਜ਼ਕਰਿਆ, ਉਹਦੇ ਪਿਤਾ ਦਾ ਨਾਮ ਸੀਗਾ ਯਹੂਨਾ ਦੇ। ਪਰ ਉਸਦੀ ਮਾਤਾ ਨੇ ਅੱਗੇ ਆਖਿਆ, ਨਹੀਂ, ਪਰ ਉਸਦਾ ਨਾਮ ਯਹੂਨਾ ਸਦਾਵੇਗਾ। ਯਹੂਨਾ ਕੌਣ ਸੀ? ਯਹੂਨਾ ਏਲੀਆ ਸੀਗਾ। ਯਹੂਨਾ ਦੇ ਅੰਦਰ ਏਲੀਆ ਦਾ ਆਤਮਾ ਸੀਗਾ। ਤੇ ਜਿਹੜਾ ਭਾਈ ਬ੍ਰੈਨਮ ਸੀਗਾ, ਇਹ ਵੀ ਏਲੀਆ ਨਬੀ ਸੀਗਾ, ਇਹ ਵੀ ਏਲੀਆ ਨਬੀ ਸੀਗਾ। ਹੁਣ ਲੋਕਾਂ ਨੂੰ ਪਤਾ ਨਹੀਂ, ਲੋਕੀ ਵਚਨ ਨੂੰ ਪੜ੍ਹਦੇ ਨਹੀਂ ਆ ਕਿ ਏਲੀ ਦੀ ਸੇਵਕਾਈ ਕਿੰਨੀ ਵਾਰ ਏਲੀ ਨੇ ਸੇਵਕਾਈ ਕਰਨੀ ਹੈ। ਪਹਿਲਾ ਏਲੀਆ ਸੀਗਾ, ਫਿਰ ਐਲੀਸ਼ਾ ਆਇਆ, ਫਿਰ ਯਹੂਨਾ ਬਸਮਾ ਦੇਣਾ ਆਇਆ, ਫਿਰ ਛੋਟਾ ਭਾਈ ਬ੍ਰੈਨਮ ਆਇਆ। 5ਵੀਂ ਵਾਰ ਏਲੀਆ ਨੇ ਫਿਰ ਆਣਾ। ਜਦੋਂ ਏਲੀਆ ਤੇ ਮੂਸਾ ਆਣਗੇ, ਉਹ 5ਵੀਂ ਸੇਵਕਾਈ ਆ। 5 ਸੇਵਕਾਈ ਏਲੀਆ ਨਬੀ ਦੀ ਬਾਈਬਲ ਬਿਆਨ ਕਰਦੀ ਆ। ਲੇਕਿਨ ਜੇ ਕੋਈ ਬਾਈਬਲ ਪੜ੍ਹੇ ਤਾਂ ਉਹਨੂੰ, ਲੇਕਿਨ ਲੋਕਾਂ ਨੇ ਆਪਣੇ ਸਿਸਟਮ ਬਣਾ ਲਏ। ਉਹ ਕਹਿੰਦੇ ਅਸੀਂ ਇਹ ਗੱਲਾਂ ਨਹੀਂ ਕਰਨੀਆਂ। ਉਹਨਾਂ ਨੂੰ ਕੋਈ ਪ੍ਰਕਾਸ਼ ਦੀ ਪੋਥੀ ਦੀ ਨੌਲੇਜ ਨਹੀਂ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਦੁਲਹਨ ਕਦੋਂ ਉਠਾਈ ਜਾਵੇਗੀ, ਕਿਹੜਾ ਯੁੱਗ ਚੱਲ ਰਿਹਾ, ਕਿਹੜੇ ਯੁੱਗ ਵਿੱਚ ਅਸੀਂ ਰਹਿ ਰਹੇ ਆ, ਕੁਝ ਵੀ ਇਹਨਾਂ ਨੂੰ ਨਹੀਂ ਪਤਾ। ਜਦੋਂ ਕੋਈ ਦੱਸਦਾ ਆ, ਉਹ ਕਹਿੰਦੇ ਤੁਸੀਂ ਸ਼ੈਤਾਨ ਦੀ ਸਿੱਖਿਆ ਲੈ ਕੇ ਆਏ ਹੋ। ਦੇਖੋ ਇਹ ਲੋਕਾਂ ਦੇ ਮਨ ਕਿਸ ਤਰ੍ਹਾਂ ਹਟੀ ਹੋ ਗਏ ਆ, ਇਹ ਲੋਕ ਕਿੱਦਾਂ ਬਚਨ ਤੋਂ ਫਿਰ ਗਏ ਆ। ਲੇਕਿਨ ਧੰਨ ਅਸੀਂ ਆ ਜਿਹੜੇ ਉਸ ਦੀ ਆਮਦ ਲਈ ਉਠਾਏ ਜਾਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਆ, ਕਿਉਂਕਿ ਉਸਨੇ ਕਿਹਾ, ਹੇ ਛੋਟੇ ਝੁੰਡ ਨਾ ਘਬਰਾ, ਮੈਂ ਤੇਰੇ ਨਾਲ ਹਾਂ। ਅੱਜ ਪ੍ਰਭੂ ਯੀਸ਼ੂ ਮਸੀਹ ਸਾਡੇ ਨਾਲ ਆ, ਸਾਨੂੰ ਘਬਰਾਉਣ ਦੀ ਲੋੜ ਨਹੀਂ ਆ। ਹੋ ਸਕਦਾ ਆ ਸਾਡੇ ਉੱਪਰ ਤੰਗੀਆਂ ਮੁਸੀਬਤਾਂ ਆਣ, ਸਾਨੂੰ ਕੋਈ ਪ੍ਰੋਬਲਮਾਂ ਹੋਣ, ਲੇਕਿਨ ਖੁਦਾ ਦਾ ਹੱਥ ਸਾਡੇ ਉੱਪਰ, ਸਾਨੂੰ ਡਰਨ ਦੀ ਲੋੜ ਨਹੀਂ। ਸਰੀਰ ਨੂੰ ਕੋਈ ਮਾਰ ਸਕਦਾ ਆ, ਲੇਕਿਨ ਜਿਹੜਾ ਵਚਨ ਅੰਦਰ ਦੇ ਲੈ ਚੁੱਕਿਆ ਉਹਨੂੰ ਕੋਈ ਨਹੀਂ ਮਾਰ ਸਕਦਾ। ਸਰੀਰ ਨੂੰ ਹਰ ਕੋਈ ਮਨੁੱਖ ਮਾਰ ਸਕਦਾ ਹੈ, ਲੇਕਿਨ ਸਾਨੂੰ ਅੱਜ ਕਾਹਦੀ ਲੋੜ ਆ? ਸਾਨੂੰ ਲੋੜ ਆ ਆਪਣੇ ਜੀਵਨਾਂ ਨੂੰ ਸੁਧਾਰੀਏ ਤੇ ਪ੍ਰਭੂ ਦੇ ਵਚਨਾਂ ਦੀ ਆਗਿਆਕਾਰੀ ਕਰੀਏ ਤੇ ਅਸੀਂ ਵੀ ਚੇਲੇ ਬਣਾਈਏ, ਖੁਦਾ ਦੇ ਵਚਨ ਦਾ ਪ੍ਰਚਾਰ ਕਰੀਏ। ਕਿਉਂਕਿ ਨਬੀ ਨੇ ਕਿਹਾ ਇੱਕ ਔਰਤ ਵੀ ਪ੍ਰਚਾਰਕ ਆ। ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਸਿਖਾ ਸਕਦੀ ਆ, ਆਪਣੇ ਗਾਂਢ ਗੁਆਂਢ ਨੂੰ ਸਿਖਾ ਸਕਦੀ ਆ, ਆਪਣੇ ਰਿਸ਼ਤੇਦਾਰਾਂ ਨੂੰ ਸਿਖਾ ਸਕਦੀ ਆ। ਹਰ ਕੋਈ ਮਨੁੱਖ ਪ੍ਰਚਾਰਕ ਆ, ਕਿਉਂਕਿ ਨਬੀ ਨੇ ਇਸ ਗੱਲ ਨੂੰ ਕਲੀਅਰ ਕੀਤਾ, ਅਸੀਂ ਸਭ ਹੀ ਪ੍ਰਚਾਰਕ ਆ। ਲੇਕਿਨ ਪੁਲਪਟ ਦੇ ਉੱਪਰ ਸਿਰਫ ਇੱਕ ਮਨੁੱਖ ਹੀ ਪ੍ਰਚਾਰ ਕਰ ਸਕਦਾ, ਇੱਕ ਆਦਮੀ ਹੀ ਪ੍ਰਚਾਰ ਕਰ ਸਕਦਾ, ਔਰਤ ਪੁਲਪਟ ਤੇ ਪ੍ਰਚਾਰ ਨਹੀਂ ਕਰ ਸਕਦੀ। ਜਦੋਂ ਮੈਂ ਇਹ ਗੱਲ ਵੀ ਉਸ ਸੇਵਕ ਦੇ ਨਾਲ ਕੀਤੀ, ਕਹਿੰਦਾ ਅਸੀਂ ਸਭ ਕੁਝ ਕਰ ਸਕਦੇ ਆ। ਮੈਂ ਕਿਹਾ ਫਿਰ ਤੁਸੀਂ ਸਭ ਕੁਝ ਕਰੋ, ਕੋਈ ਗੱਲ ਨਹੀਂ, ਤੁਹਾਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਆ।
क्योंकि तुसी वचन नूं नहीं मानते। वो लोग वचन नूं कट्टी जांदे, लिखे हुए वचन नूं कहंदे असीं नहीं मनना। कहंदे पतरस दे अंदर शैतान सीगा। मैं कहा जे पतरस दे अंदर शैतान सी ते हनन्याह शफीरा नूं शैतान ने मारिया सी। वो तो कहता पवित्र आत्मा ने मारिया। वचन दसदा भी हनन्याह शफीरा नूं पवित्र आत्मा ने मारिया सीगा। ते फिर की होया, उस सेवक वो पास्टर उस स्थान दे विचों उठ के चला गया बड़े क्रोध दे नाल। लोग वचन दी सच्चाई नूं नहीं जानदे, वचन की सच्चाई नूं जानना नहीं चाहते। जो कोई दसदा है वो मानते नहीं है, क्योंकि खुदा ने ही इन्हां दी अखां बंद कीतियां होईयां ते ये वेखदे होए भी ना वेखण। लूका 2:8 पढ़ांगे। उस देश विच अयाली सन जो रड़ विच रहिंदे अते रात नूं अपने इज्जड़ दी राखी करदे सन। प्रभु दा एक दूत उन्हां दे कोल आ खलोता अते प्रभु दा तेज उन्हां दे चुफेरे चमकिया। हुण देखो जिहड़े तीन ਜਿਹੜੇ जोशी सी वो घर विच गए सी, लेकिन ਜਿਹੜੇ अयाली सीगे ਜਿਹੜੇ भेड़ बकरियां चार रहे सी ਇਹ ਕਿੱਥੇ ਸੀ? ਰੜ ਕਿਹਨੂੰ ਕਹਿੰਦਾ? ਰੜ ਖੁੱਲੇ ਮੈਦਾਨਾਂ ਨੂੰ ਕਿਹਾ ਜਾਂਦਾ ਆ। ਜਦੋਂ ਖੁੱਲੇ ਮੈਦਾਨਾਂ ਦੇ ਵਿੱਚ ਬੈਠੇ ਸੀ ਉਦੋਂ ਦਸੰਬਰ ਦਾ ਮਹੀਨਾ ਨਹੀਂ ਸੀ, ਕਿਉਂਕਿ ਦਸੰਬਰ ਦੇ ਵਿੱਚ ਬਰਫ਼ ਪਈ ਹੁੰਦੀ ਆ। ਦਸੰਬਰ ਦੇ ਵਿੱਚ ਬਰਫ਼ ਪੈਂਦੀ ਆ ਜਦੋਂ ਯਿਸੂ ਮਸੀਹ ਪੈਦਾ ਹੋਇਆ ਸੀਗਾ ਉਸ ਜਗ੍ਹਾ ਤੇ। ਉਹਨਾਂ ਦੇ ਚਾਰ ਚੁਫੇਰੇ ਆ ਚਮਕਿਆ ਕਿ ਦੂਤ ਉਹਨਾਂ ਦੇ ਚਾਰ ਚੁਫੇਰੇ ਆ ਚਮਕਿਆ। ਤਦ ਦੂਤ ਨੇ ਉਹਨਾਂ ਨੂੰ ਆਖਿਆ ਨਾ ਡਰੋ, ਕਿਉਂ ਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ। ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ ਜਿਹੜਾ ਮਸੀਹ ਪ੍ਰਭੂ ਹੈ। ਮਸੀਹ ਕੌਣ? ਮਸੀਹ ਦਾ ਮਤਲਬ ਪਵਿੱਤਰ ਆਤਮਾ। प्रभु पिता यहोवा पिता पैदा होया सीगा। यहोवा ने दे लई सी, उन्हें अपना नाम यीशु रखिया सीगा। फिर वो तीन किदां हो गए? कि ये शैतान ने इन्हां लोकां दी अखां बंद कीतियां होईयां। शैतान ने जिहड़ा प्रभु यीशु जिहड़ा मसीह प्रभु है अते तुहाडे लई ये पता है कि तुसीं एक बालक नूं कपड़े विच लपेटिया ते खुरली विच पिया होया वेखोगे तां एकदम स्वर्ग दी फौज दा एक वड्डा जत्था दूत दे नाल हो के परमेश्वर दी उस्तत करदा होया कहंदा सी परम धाम विच परमेश्वर दी वडियाई होवे। हुण देखो जिहड़े अयाली सीगे इन्हां दे कोल खुदा दे दूत आए जिन्हां ने दस्सिया कि तुहाडा मुक्तिदाता पैदा होया खुरली विच गया आ। ਇਹ ਗਏ ਸੀ ਅਯਾਲੀ ਭੇਡਾਂ ਚਰਨ ਵਾਲੇ, ਇਹ ਖੁਰਲੀ ਵਿੱਚ ਗਏ ਸੀ, ਨਾ ਕਿ ਤਿੰਨ ਜੋਸ਼ੀ ਗਏ ਸੀ। ਤਿੰਨ ਜੋਸ਼ੀ ਤਾਂ ਉਦੋਂ ਗਏ ਸੀਗੇ ਜਦੋਂ ਉਹ 2 ਸਾਲ ਦਾ ਹੋ ਚੁੱਕਿਆ ਸੀਗਾ, ਉਦੋਂ ਗਏ ਸੀਗੇ। तद उन्होंने छेती नाल आण के मरियम अते यूसुफ नूं अते उसदे बालक नूं खुरली विच पिया डिठा अते वेख के उन्होंने उस वचन नूं जिहड़ा इस बालक दे हक विच उन्हां नूं कहा गया सी सुणाया। उन्होंने जाके दस्सिया भी किद्दां सानूं खुदा दे दूत ने दर्शन दिता, सानूं उन्होंने इत्थे भेजिया। माता मरियम नूं जाके उन्होंने दस्सिया जिहड़ी माता मरियम सीगी यीशु दी। अते सारे सुनण वाले इन्हां गल्लां तो जो अयालिया ने उन्हां नूं कहियां हैरान होए, पर मरियम ने इन्हां सबना गल्लां नूं अपने हिरदे विच ध्यान नाल रखिया अते अयाली इन्हां सबना गल्लां दे विखे जिक्र उन्हां नूं कहियां गईयां सन तिकुर सुन के वेख के परमेश्वर दी वडियाई उस्तत करदे होए मुड़ गए। उस्तत करदे होए फिर मुड़ गए। हुण बाइबल साफ बयान करदी आ भी खुद जिहड़ा यीशु मसीह पैदा होया उन्हां दे कोल अयाली गए सी। बाइबल च साफ इस चीज नूं क्लीयर कीता गया है। मत्ती 16 देखी बेटा, मत्ती 16 देखी। ਹੁਣ देखो ये चीज क्लीयर हो चुकी है भी जिहड़ा क्रिसमस आ वो बाइबल दे विच नहीं आ। ये की आ? ये बाइबल तो बाहर आ। ये की आ? मनुख दी सिੱਖਿਆ, परमेश्वर दी सिੱਖਿਆ नहीं आ। उस वेले उस समय तो यीशु अपने चेलियां नूं दस्सण लगा भई मैनूं जरूर है जो यरूशलेम नूं जावां अते बजुर्गां अते प्रधान जाचकां अते ग्रंथियां दे हत्थों बहुत दुख झेलना। हुण यीशु मसीह जदों ਵੱਡਾ ਹੋਇਆ ਉਹ खुदा ਦੇ ਕੰਮ ਉਹਨੇ ਕਰਨੇ ਸ਼ੁਰੂ ਕੀਤੇ ਕਿਉਂਕਿ ਸਰੀਰ 'ਚ ਸੀ, खुद खुदा ही ਸੀਗਾ लेकिन हैगा ਸਰੀਰ 'ਚ ਸੀਗਾ। ਉਦੋਂ ਕੀ ਹੋਇਆ? ਕਹਿੰਦਾ ਆਪਣੇ ਚੇਲਿਆਂ ਨੂੰ ਕਹਿ ਰਿਹਾ, ਕਹਿੰਦਾ ਮੈਂ ਗ੍ਰੰਥੀਆਂ ਦੇ ਜਿਹੜੇ ਗ੍ਰੰਥੀ ਸੀ ਉਹਨਾਂ ਦੇ ਕੋਲ ਜਾਵਾਂ ਜਿਹੜੇ ਬਾਈਬਲ ਦੇ ਕਾਨੂੰਨ ਮੰਨਦੇ ਆ, ਜਿਹੜੇ ਸਮਝਦੇ ਆ ਕਾਨੂੰਨਾਂ ਨੂੰ, ਜਿਹੜੇ ਆਪਣੇ ਆਪ ਨੂੰ ਗਿਆਨੀ ਕਹਿੰਦੇ ਆ। ਕਹਿੰਦਾ ਉਹਨਾਂ ਦੇ ਹੱਥੋਂ ਮੈਂ ਮਰਵਾਇਆ ਜਾਵਾਂ ਤੇ ਕਹਿੰਦਾ ਦੁੱਖ ਝੱਲਣਾ ਅਤੇ 30 ਦਿਨ ਜੀ ਉਠਾ। ਤਾਂ ਪਤਰਸ ਨੇ ਉਸਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਤੇ ਉਸਨੂੰ ਕਿਹਾ ਪ੍ਰਭੂ ਜੀ ਪਰਮੇਸ਼ਵਰ ਇਹ ਨਾ ਕਰੇ। ਹੁਣ ਜਿਹੜਾ ਪਤਰਸ ਸੀਗਾ, ਪਤਰਸ ਨੇ ਕਿਉਂ ਕਿਹਾ ਸੀਗਾ ਯੀਸ਼ੂ ਮਸੀਹ ਨੂੰ ਵੀ ਪ੍ਰਭੂ ਤੇਰੇ ਨਾਲ ਇਸ ਤਰ੍ਹਾਂ ਨਾ ਕਰੇ? ਕਿਉਂਕਿ ਪਤਰਸ ਸਰੀਰ ਦੇ ਵਿੱਚ ਸੀਗਾ। ਅੱਜ ਦੇਖਿਆ ਨਹੀਂ ਅਸੀਂ ਕਈ ਵਾਰ ਭਾਵੁਕ ਹੋ ਕੇ ਕੁਝ ਗੱਲ ਕਰ ਜਾਂਦੇ ਆ। ਅਸੀਂ ਭਾਵੁਕ ਹੋ ਕੇ ਕਹਿੰਦੇ ਨਾ 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 ਸੇਵ ਭਾਈ ਦੇ ਕੰਮ ਨਹੀਂ ਕਰਨੇ, ਉਹ ਸਾਨੂੰ ਕੁੱਟਣਗੇ, ਉਹਨਾਂ ਸਾਨੂੰ ਜੇਲ੍ਹ 'ਚ ਪਾ ਦੇਣਾ। ਇਹ ਕੀ ਹੈ? ਸਰੀਰ ਬੋਲਦਾ ਜਿਹੜਾ ਡਰਦਾ। ਲੇਕਿਨ ਜਦੋਂ ਪਵਿੱਤਰ ਆਤਮਾ ਅੰਦਰ ਆ ਜਾਂਦਾ ਫਿਰ ਉਹ ਡਰਦਾ ਨਹੀਂ ਹੈ ਕਿਸੇ ਤੋਂ ਵੀ।
ਪਵਿੱਤਰ ਆਤਮਾ ਆਪਣੇ ਕੰਮਾਂ ਨੂੰ ਕਰਦਾ ਆ। ਇੱਥੇ ਕੀ ਹੋ ਰਿਹਾ, ਝਿੜਕਣ ਲੱਗਾ ਤੇ ਉਸ ਨੂੰ ਕਿਹਾ, ਪ੍ਰਭੂ ਜੀ ਪਰਮੇਸ਼ਵਰ ਇਹ ਨਾ ਕਰੇ, ਤੇਰੇ ਲਈ ਇਹ ਕਦੇ ਨਾ ਹੋਵੇਗਾ। ਪਰ ਉਸਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਹੁਣ ਸਾਨੂੰ ਦੇਖਣ ਦੀ ਲੋੜ ਆ ਵੀ ਇਹ ਕਿਹੜੀ ਕੰਡੀਸ਼ਨ ਦੇ ਵਿੱਚ ਯੀਸ਼ੂ ਮਸੀਹ ਨੇ ਪਤਰਸ ਨੂੰ ਸ਼ੈਤਾਨ ਕਿਹਾ ਸੀ। ਜਿਹੜੇ ਅੱਜ ਮਿਸ਼ਨਰੀ ਲੋਕ ਕਹਿੰਦੇ ਆ ਪਤਰਸ ਨੂੰ ਸ਼ੈਤਾਨ ਕਿਹਾ ਸੀ, ਪਤਰਸ ਦੀ ਅਸੀਂ ਗੱਲ ਨਹੀਂ ਮੰਨਣੀ। ਪਤਰਸ ਨੇ ਵੀ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਦਿੱਤਾ ਸੀ, ਅਸੀਂ ਨਹੀਂ ਮੰਨਣਾ ਉਸ ਬਸਮੇ ਨੂੰ। ਲੇਕਿਨ ਇਹ ਕਿਹੜੀ ਕੰਡੀਸ਼ਨ ਸੀ, ਉਦੋਂ ਪਤਰਸ ਸਰੀਰ ਦੇ ਵਿੱਚ ਸੀਗਾ, ਪਵਿੱਤਰ ਆਤਮਾ ਉਤਰਿਆ ਨਹੀਂ ਸੀ ਉਹਨਾਂ ਦੇ ਵਿੱਚ। ਪਵਿੱਤਰ ਆਤਮਾ ਪੈਂਤੇਕੁਸਤ ਦੇ ਦਿਨ ਉਤਰਿਆ ਸੀਗਾ, ਜਦੋਂ ਪਵਿੱਤਰ ਆਤਮਾ ਦੇ ਸਾਮਰਥ ਦੇ ਨਾਲ ਪਤਰਸ ਨੇ ਕਿਹਾ ਸੀ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ, ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਲੇਕਿਨ ਇਸ ਸਮੇਂ ਪਵਿੱਤਰ ਆਤਮਾ ਨਹੀਂ ਸੀਗਾ ਪਤਰਸ ਦੇ ਵਿੱਚ, ਉਹ ਸਰੀਰ ਦੇ ਵਿੱਚ ਸੀਗਾ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੇਰੇ ਤੋਂ ਪਿੱਛੋਂ ਹਟ, ਤੂੰ ਮੇਰੇ ਲਈ ਠੋਕਰ ਹੈ, ਕਿਉਂ ਜੋ ਤੂੰ ਪਰਮੇਸ਼ਵਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਦੇਖੋ ਖੁਦਾ ਉਹਨੂੰ ਕੀ ਕਹਿ ਰਿਹਾ, ਪ੍ਰਭੂ ਕਹਿ ਰਿਹਾ, ਕਹਿੰਦਾ ਤੂੰ ਸਰੀਰਕ ਗੱਲਾਂ ਕਰ ਰਿਹਾ, ਤੂੰ ਆਤਮਾ ਦੀ ਗੱਲ ਨਹੀਂ ਕਰ ਰਿਹਾ। ਕਹਿੰਦਾ ਤੂੰ ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਇਹ ਨਹੀਂ ਮਤਲਬ ਸੀਗਾ ਸਰੀਰ ਜਿਹੜਾ ਹੁੰਦਾ ਆ, ਸਰੀਰ ਦੀ ਕਾਮਨਾ ਸ਼ੈਤਾਨ ਦੀ ਕਾਮਨਾ ਹੁੰਦੀ ਆ, ਕਿਉਂਕਿ ਸਾਨੂੰ ਬਾਈਬਲ ਬਿਆਨ ਕਰਦੀ ਹੈ ਸਰੀਰਕ ਜਿਹੜੀ ਕਾਮਨਾ ਹੁੰਦੀ ਆ ਉਹ ਸ਼ੈਤਾਨ ਦੀ ਕਾਮਨਾ ਹੁੰਦੀ ਆ। ਤਦ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ, ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇਗਾ ਕਹਿੰਦਾ ਉਸ ਨੂੰ ਗਵਾਵੇਗਾ। ਅੱਜ ਸਾਨੂੰ ਕੀ ਚਾਹੀਦਾ, ਆਪਣੀ ਸਲੀਬ ਚੁੱਕ ਕੇ ਖੁਦਾ ਦੇ ਮਗਰ ਜਾਣਾ ਆ। ਕੋਈ ਕਿਸ ਦੀ ਸਲੀਬ ਨਹੀਂ ਚੁੱਕ ਸਕਦਾ, ਤੁਸੀਂ ਆਪਣੀ ਸਲੀਬ ਆਪ ਚੁੱਕਣੀ ਆ। ਤੁਸੀਂ ਕਿਸੇ ਦੇ ਵੱਟੇ ਜੀਵਨ ਬਤੀਤ ਨਹੀਂ ਕਰ ਸਕਦੇ, ਤੁਸੀਂ ਆਪਣਾ ਜੀਵਨ ਆਪਣੇ ਵਚਨ ਦੇ ਅਨੁਸਾਰ ਬਤੀਤ ਕਰਨਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੇਰਾ ਕੋਈ ਰਿਸ਼ਤੇਦਾਰ ਆ, ਮੇਰਾ ਭੈਣ ਭਰਾ, ਮੇਰਾ ਕੋਈ ਬੇਟਾ ਬੇਟੀ ਆ, ਵੀ ਮੈਂ ਉਹਦਾ ਜਿਹੜਾ ਸਲੀਬ ਆ ਮੈਂ ਖੁਦ ਚੱਕ ਲਾਂ। ਨਹੀਂ, ਉਹਨਾਂ ਨੇ ਆਪਣੀ ਸਲੀਬ ਆਪ ਚੱਕਣੀ ਆ, ਅਸੀਂ ਆਪਣੀ ਸਲੀਬ ਆਪ ਚੱਕਣੀ ਆ। ਹਰੇਕ ਨੇ ਆਪਣੀ ਆਪਣੀ ਸਲੀਬ ਆਪ ਚੱਕਣੀ ਆ। ਕਿਉਂ ਜੋ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗਵਾਵੇਗਾ, ਪਰ ਜਿਹੜਾ ਮੇਰੇ ਲਈ ਆਪਣੀ ਜਾਨ ਕਹਿੰਦਾ ਗਵਾਏਗਾ ਉਹ ਉਸ ਨੂੰ ਲੱਭ ਲਵੇਗਾ। ਕਿਉਂ ਜੋ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ। ਮੰਨ ਲਓ ਜੇ ਅੱਜ ਅਸੀਂ ਪੂਰੇ ਜਗਤ ਨੂੰ ਕਮਾ ਲੈਂਦੇ ਹਾਂ, ਸਾਡੇ ਕੋਲ ਬਹੁਤ ਧਨ ਦੌਲਤ ਆ ਜਾਂਦਾ, ਲੇਕਿਨ ਜੇ ਖੁਦਾ ਦਾ ਸੱਚਾ ਵਚਨ ਸਾਡੇ ਕੋਲ ਨਹੀਂ ਆ ਤੇ ਖੁਦਾ ਦਾ ਵਚਨ ਕਹਿੰਦਾ ਫਿਰ ਕੀ ਲਾਭ। ਕਹਿੰਦਾ ਤੂੰ ਪੂਰਾ ਧਨ ਦੌਲਤ ਕਮਾਵੇਂ, ਪੂਰੇ ਜਗਤ ਨੂੰ ਕਮਾ ਲਵੇਂ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ। ਕੀ ਅੱਜ ਲੋਕ ਆਪਣੀ ਜਾਨ ਦਾ ਨੁਕਸਾਨ ਨਹੀਂ ਕਰਦੇ ਜਿਹੜੇ ਖੁਦਾ ਦੇ ਵਚਨ ਨੂੰ ਰੱਦ ਰਹੇ ਆ? ਤੁਹਾਨੂੰ ਪਤਾ 7 ਯੁਗਾਂ ਦੇ ਵਿੱਚ ਇਹਨਾਂ ਲੋਕਾਂ ਨੇ ਖੁਦਾ ਦੇ ਵਚਨ ਨੂੰ ਟੋਟੇ ਕਰਤਾ, ਲੇਕਿਨ ਖੁਦਾਵੰਦ ਕਦੇ ਵੀ ਆਪਣੇ ਵਚਨ ਨੂੰ ਟੋਟੇ ਨਹੀਂ ਹੋਣ ਦਿੰਦਾ। ਉਹ ਕੀ ਹੋਇਆ, ਖੁਦਾ ਨੇ ਆਪਣਾ 7ਵਾਂ ਦੂਤ ਭਾਈ ਵਿਲੀਅਮ ਮੈਰੀਅਨ ਬ੍ਰੈਨਮ ਭੇਜਿਆ, ਜਿਹਦੇ ਦੁਆਰਾ ਪੂਰੇ ਪ੍ਰਕਾਸ਼ਨ ਖੋਲ ਦਿੱਤੇ ਗਏ ਤੇ ਦੁਲਹਨ ਨੇ ਉਹਨੂੰ ਪਛਾਣਿਆ। ਜਿੱਦਾਂ ਰਿਬਕਾ ਨੂੰ ਲੈਣ ਵਾਸਤੇ ਅਲੀਆਜ਼ਰ ਗਿਆ ਸੀ, ਇਬਰਾਹਿਮ ਦਾ ਨੌਕਰ ਅਲੀਆਜ਼ਰ ਰਿਬਕਾ ਨੂੰ ਲੈਣ ਗਿਆ ਸੀ ਇਸਹਾਕ ਵਾਸਤੇ, ਇਸੇ ਤਰ੍ਹਾਂ ਯੀਸ਼ੂ ਮਸੀਹ ਨੇ ਆਪਣਾ 7ਵਾਂ ਦੂਤ ਭਾਈ ਵਿਲੀਅਮ ਬ੍ਰੈਨਮ ਭੇਜਿਆ। ਕਿਹਦੇ ਵਾਸਤੇ? ਆਪਣੀ ਦੁਲਹਨ ਨੂੰ ਤਿਆਰ ਕਰਨ ਵਾਸਤੇ। ਉਹਨੇ ਦੁਲਹਨ ਨੂੰ ਤਿਆਰ ਕੀਤਾ। ਅੱਜ ਅਸੀਂ ਕੀ ਕਰ ਰਹੇ ਹਾਂ? ਅੱਜ ਵਚਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ। ਅਸੀਂ ਇਹ ਝੂਠੀਆਂ ਗੱਲਾਂ ਜੋ ਕ੍ਰਿਸਮਸ ਆ ਜਾਂ ਹੋਰ ਕੋਈ ਚੀਜ਼ਾਂ, ਅਸੀਂ ਇਹਨਾਂ ਦੇ ਪਿੱਛੇ ਨਹੀਂ ਚੱਲਣਾ। ਅਸੀਂ ਆਪਣੇ ਆਪ ਦਾ ਸ਼ਿੰਗਾਰ ਕਾਹਦੇ ਨਾਲ ਕਰਨਾ? ਹੀਰੇ ਮੋਤੀਆਂ ਦੇ ਨਾਲ, ਕੰਨਾਂ 'ਚ ਬਾਲੀਆਂ ਜਾਂ ਲਿਪਸਟਿਕਾਂ ਲਗਾ ਕੇ ਨਹੀਂ, ਅਸੀਂ ਆਪਣਾ ਸ਼ਿੰਗਾਰ ਵਚਨ ਦੇ ਨਾਲ ਕਰਨਾ ਹੈ। ਇਹ ਬਾਈਬਲ ਕੀ ਆ? ਮੁਰਦਾ ਆ। ਲੇਕਿਨ ਜਦੋਂ ਇਹ ਵਚਨ ਦੇ ਲੈਂਦਾ ਆ, ਜਿੱਦਾਂ ਜੇ ਮਰੀਮ ਦੇ ਅੰਦਰ ਵਚਨ ਨੇ ਦੇ ਲਈ ਸੀਗੀ ਤੇ ਕੀ ਹੋਇਆ? ਬਾਲਕ ਉਤਪਨ ਹੋਇਆ, ਪੁੱਤਰ ਉਤਪਨ ਹੋਇਆ। ਇਸੇ ਤਰ੍ਹਾਂ ਹੀ ਜਦੋਂ ਵਚਨ ਸਾਡੇ ਅੰਦਰ ਦੇ ਲਊਗਾ, ਅਸੀਂ ਵੀ ਬੱਚੇ ਪੈਦਾ ਕਰਾਂਗੇ। ਜਦੋਂ ਅਸੀਂ ਵਚਨ ਸੁਣਾਵਾਂਗੇ ਤੇ ਖੁਦਾ ਦੇ ਨਵੇਂ ਬੱਚੇ ਪੈਦਾ ਹੋਣਗੇ, ਜਿਹੜੇ ਸੰਦੇਸ਼ ਨੂੰ ਮੰਨਣਗੇ, ਜਿਹੜੇ ਨਬੀ ਦੇ ਸੰਦੇਸ਼ ਨੂੰ ਮੰਨਣਗੇ, ਆਮੀਨ ਕਹਿਣਗੇ ਤੇ ਉਕਾਬ ਵਾਂਗੂ ਅਸਮਾਨ ਤੇ ਉੱਡਣਗੇ। ਕਹਿੰਦੇ ਉਕਾਬ ਜਿੰਨੀ ਉਚਾਈ ਤੇ ਜਾਂਦਾ ਆ, ਉਹਦੀ ਅੱਖ ਦੀ ਰੋਸ਼ਨੀ ਉਨੀ ਤੇਜ਼ ਹੁੰਦੀ ਆ। ਅਸੀਂ ਜਿੰਨਾ ਉੱਪਰ ਇਸ ਵਚਨਾਂ ਦੇ ਵਿੱਚ ਜਾਵਾਂਗੇ, ਉਨੀ ਹੀ ਖੁਦਾ ਦੇ ਕੋਲ ਅਸੀਂ ਸ਼ਕਤੀ ਪਾਵਾਂਗੇ। ਸਾਨੂੰ ਲੋੜ ਆ ਪਰਮੇਸ਼ਵਰ ਦੇ ਵਚਨ ਵਿੱਚ ਚੱਲਣ ਦੀ। ਹੁਣ ਅਸੀਂ ਪੜ੍ਹਦੇ ਹਾਂ ਮੱਤੀ 28 ਮੱਤੀ 28 ਦੀ 17 ਤੋਂ ਪੜਾਂਗੇ। ਮੱਤੀ 28 ਦੀ 17 ਤੋਂ। ਅਤੇ ਉਹਨਾਂ ਨੇ
ਉਹਨਾਂ ਉਸ ਨੂੰ ਵੇਖ ਕੇ ਮੱਥਾ ਟੇਕਿਆ। ਪਰ ਕਈਆਂ ਨੇ ਭਰਮ ਕੀਤਾ। ਜਦੋਂ ਯੀਸ਼ੂ ਮਸੀਹ ਉੱਪਰ ਉਠਾਇਆ ਜਾ ਰਿਹਾ ਸੀ, ਕਈਆਂ ਨੇ ਭਰਮ ਕੀਤਾ ਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਕਹਿੰਦਾ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਹੁਣ ਯੀਸ਼ੂ ਮਸੀਹ ਦੇ ਕੀ ਲਫ਼ਜ਼ ਸੀਗੇ? ਯੀਸ਼ੂ ਮਸੀਹ ਕਿਹਨੂੰ ਕਹਿ ਰਿਹਾ ਆ? ਜਦੋਂ ਯੀਸ਼ੂ ਮਸੀਹ ਇਹ ਗੱਲ ਕਹਿ ਰਿਹਾ ਆ, ਉੱਥੇ ਯੀਸ਼ੂ ਮਸੀਹ ਦੇ ਚੇਲੇ ਸੀਗੇ। ਉੱਥੇ ਮੈਂ ਨਹੀਂ ਸੀਗਾ ਜਾਂ ਤੁਸੀਂ ਨਹੀਂ ਸੀ ਜਾਂ ਅੱਜ ਦੇ ਮਿਸ਼ਨਰੀ ਪਾਸਟਰ ਨਹੀਂ ਸੀ। ਉੱਥੇ ਕੌਣ ਸੀ? ਖੁਦਾ ਦੇ ਚੇਲੇ ਸੀਗੇ, ਜਿਨ੍ਹਾਂ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਖੁੱਲ ਕੇ ਗੱਲਾਂ ਕਰਦਾ ਸੀ। ਕਿਉਂਕਿ ਯੀਸ਼ੂ ਮਸੀਹ ਦੇ ਚੇਲੇ ਕਹਿੰਦੇ ਸੀ, ਤੂੰ ਲੋਕਾਂ ਦੇ ਨਾਲ ਦੁਸ਼ਟਾਂਤਾਂ 'ਚ ਕਿਉਂ ਗੱਲਾਂ ਕਰਦਾ? ਤੇ ਯੀਸ਼ੂ ਮਸੀਹ ਨੇ ਕਿਹਾ ਸੀ, ਸਵਰਗ ਦੇ ਰਾਜ ਦੇ ਭੇਦ ਦੀ ਸਮਝ ਤੁਹਾਨੂੰ ਦਿੱਤੀ ਗਈ ਆ। ਕਿਹਨੂੰ ਦਿੱਤੀ ਸੀ? ਚੇਲਿਆਂ ਨੂੰ ਦਿੱਤੀ ਸੀਗੀ, ਕਿਸੇ ਹੋਰ ਨੂੰ ਨਹੀਂ ਦਿੱਤੀ ਸੀ। ਤੇ ਚੇਲਿਆਂ ਦੁਆਰਾ ਹੀ ਪ੍ਰਕਾਸ਼ਨ ਖੋਲਿਆ ਗਿਆ। ਤੇ ਕੀ ਹੋਇਆ? ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਸਮਾ ਦਿਓ। ਕਿਹਨੂੰ ਕਿਹਾ ਆ? ਇਹ ਗੱਲ ਚੇਲਿਆਂ ਨੂੰ ਕਿਹਾ ਕਹੀ ਗਈ ਆ। ਹੁਣ ਮੰਨ ਲਓ ਇੱਕ ਮਾਲਕ, ਇੱਕ ਕੰਪਨੀ ਦਾ ਮਾਲਕ ਆਪਣੇ ਕਿਸੇ ਵਰਕਰ ਨੂੰ ਜਾਂ ਆਪਣੇ ਕਿਸੇ ਮੈਨੇਜਰ ਨੂੰ ਆਰਡਰ ਦੇ ਰਿਹਾ ਆ ਵੀ ਤੂੰ ਆਹ ਕੰਮ ਕਰਨਾ ਆ। ਹੁਣ ਉਹ ਕੰਮ ਮੰਨ ਲਓ ਉਹਨੂੰ ਇੱਕ ਚਾਬੀ ਦੇ ਰਿਹਾ ਆ, ਉਹ ਚਾਬੀ ਇੱਕ ਕੋਡ ਦੇ ਰਿਹਾ ਉਹਨੂੰ, ਲੇਕਿਨ ਉਹ ਕੋਡ ਕੋਈ ਹੋਰ ਕੋਡ ਮਿਲਾ ਰਿਹਾ, ਲੇਕਿਨ ਤਾਂ ਵੀ ਚਾਬੀ ਉਹ ਲੋਕ ਖੋਲ ਰਿਹਾ ਆ। ਇਹਦਾ ਕੀ ਮਤਲਬ ਆ? ਜਿਹੜਾ ਉਹਦਾ ਕੋਡ ਸੀਗਾ ਸਹੀ ਸੀਗਾ, ਕਿਉਂਕਿ ਉਹਨੇ ਉਹ ਕੋਡ ਦੁਸ਼ਟਾਂਤ ਵਿੱਚ ਬੋਲਿਆ। ਲੇਕਿਨ ਜਿਹੜਾ ਉਹਦਾ ਮੈਨੇਜਰ ਸੀਗਾ, ਫੈਕਟਰੀ ਦੇ ਮਾਲਕ, ਜਿਹੜਾ ਫੈਕਟਰੀ ਦਾ ਮੈਨੇਜਰ ਸੀਗਾ, ਉਹ ਸਮਝਦਾ ਸੀਗਾ ਵੀ ਇਸ ਕੋਡ ਦਾ ਕੀ ਮਤਲਬ ਆ। तो इसे तरह पतरस नूं किया गया सारे जगत विच जाके इन्हां चेलियां नूं किया गया पिता पुत्र अते पवित्र आत्मा दे नाम च बसमा दो और उन्हां नूं सिखाओ भई उन्हां सारियां गल्लां दी पालना करन जिन्हां दा मैं तुहानूं हुक्म दिता है अते वेखो मैं जुगो जिग अंत तिकर तुहाडे नाल हां। हुण इत्थे की हो रहा आ? इत्थे पतरस नूं प्रभु यीशु मसीह ऑर्डर दे रहा है, एक कानून उहदे उपर रख रहा भी, कहंदा सारे जगत विच जाके चेला बनाओ पिता पुत्र पवित्र आत्मा दे नाम च बसमा दो। लेकिन पतरस होना ने की कीता? रसूलां दे करतब 2:38 कटांगे, रसूलां दे करतब 2:38 2:38 करांगे रसूलां दे करतब। ਹੁਣ ਦੇਖੋ ਇੱਥੇ ਕੀ ਹੋ ਰਿਹਾ, ਜਦੋਂ 50ਵੇਂ ਦਿਨ ਪਵਿੱਤਰ ਆਤਮਾ ਉਤਰਿਆ ਉਦੋਂ ਕੀ ਹੋ ਰਿਹਾ? ਜਾਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਦੇ ਦਿਲ ਛਿਦ ਗਏ ਅਤੇ ਪਤਰਸ ਅਤੇ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ हे ਭਾਈਓ ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੌਬਾ ਕਰੋ। देखो पतरस की कर रहा, जो पतरस के अंदर पवित्र आत्मा आ गया ते पतरस की कह रहा तौबा करो ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੀਸ਼ੂ ਮਸੀਹ ਦੇ ਨਾਮ ਉਤੇ ਬਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਹੁਣ ਮੈਂ ਪੁੱਛਣਾ ਚਾਹਨਾ ਵੀ ਇਹ ਕੀ ਪਵਿੱਤਰ ਆਤਮਾ ਦਾ ਭਰ ਕੇ ਪਤਰਸ ਨੇ ਗੱਲ ਨਹੀਂ ਕਹੀ ਸੀ? ਕਿਉਂਕਿ ਬਾਈਬਲ ਸਾਫ਼ ਬਿਆਨ ਕਰਦੀ ਉਹਨਾਂ ਦੇ ਉੱਪਰ ਅੱਗ ਵਾਲੀ ਜੀਭਾਂ ਉਤਰੀਆਂ ਤੇ ਲੋਕਾਂ ਨੇ ਸੋਚਿਆ ਵੀ ਇਹ ਨਸ਼ੇ ਵਿੱਚ ਹੈ, ਲੇਕਿਨ ਪਤਰਸ ਕਹਿੰਦਾ ਸੀ ਨਸ਼ੇ 'ਚ ਨਹੀਂ ਆ। ਕਹਿੰਦਾ ਇਹ ਪਿਤਾ ਦਾ ਉਹ ਕਰਾਰ ਪੂਰਾ ਹੋਇਆ ਜਿਹੜਾ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ। ਹੁਣ ਪਤਰਸ ਪਵਿੱਤਰ ਆਤਮਾ ਨਾਲ ਭਰ ਕੇ ਕਹਿੰਦਾ ਆਪਣੇ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਓ ਤੇ ਸਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਹੀ ਲੈਣਾ ਪਵੇਗਾ। ਕਿਸੇ ਹੋਰ ਨਾਮ 'ਚ ਮੁਕਤੀ ਨਹੀਂ ਆ, ਕਿਸੇ ਹੋਰ ਨਾਮ 'ਚ ਛੁਟਕਾਰਾ ਨਹੀਂ ਆ। ਇੱਕੋ ਹੀ ਨਾਮ ਧਰਤੀ ਤੇ ਮਨੁੱਖਾਂ ਦੇ ਵਿੱਚ ਦਿੱਤਾ ਗਿਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਹੈ। ਤੇ ਦੇਖੋ ਇਹ ਗੱਲਾਂ ਲਿਖੀਆਂ ਗਈਆਂ ਤਾਂ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ, ਸਮਝ ਨਹੀਂ ਲੱਗਦੀ, ਕਿਉਂਕਿ ਇਹ ਕਰਾਰ ਤੁਹਾਡੇ ਅਤੇ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ। ਹੁਣ ਦੂਰ ਕੌਣ ਸੀਗੇ? ਦੂਰ ਅਸੀਂ ਸੀਗੇ, ਅਸੀਂ ਦੂਰ ਸੀਗੇ। ਜਿਹੜੀ ਪੀੜ੍ਹੀਆਂ ਹਲੇ ਜੰਮੀਆਂ ਨਹੀਂ ਸੀ, ਜਿਹੜੀ ਪੀੜ੍ਹੀਆਂ ਹਲੇ ਆਈਆਂ ਨਹੀਂ ਸੀਗੀਆਂ, ਜਿਹੜੇ ਦੂਰ ਸੀਗੇ ਜਿਨ੍ਹਾਂ ਨੂੰ ਖੁਦਾ ਬਾਰੇ ਕੁਝ ਪਤਾ ਨਹੀਂ ਸੀ, ਉਹਨਾਂ ਨੇ ਉਸ ਸਮੇਂ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਬਚਾਓ। ਕਹਿੰਦਾ ਸੋ ਜਿਨ੍ਹਾਂ ਦੀ ਉਸ ਦੀ ਗੱਲ ਮੰਨ ਲਈ ਉਹਨਾਂ ਨੇ ਬਸਮਾ ਲਿਆ ਅਤੇ ਉਸੇ ਦਿਨ 3,000 ਜਣੇ ਉਹਨਾਂ ਦੇ ਵਿੱਚ ਰਲ ਗਏ ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਤੇ ਸੰਗਤ ਵਿੱਚ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਕਿਹੜੀ ਰੋਟੀ ਤੋੜਦੇ ਸੀ? ਲੰਗਰ ਨਹੀਂ ਸੀ ਖਾਂਦੇ ਉਹ ਬਣਾ ਕੇ ਰੋਟੀਆਂ ਨਹੀਂ, ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਉਹ ਪ੍ਰਾਰਥਨਾ ਦੀ ਰੋਟੀ ਤੋੜਦੇ ਸੀ। ਅੱਜ ਅਸੀਂ ਕਿਹੜੀ ਰੋਟੀ ਤੋੜ ਕੇ ਖਾ ਰਹੇ ਹਾਂ? ਖੁਦਾ ਸਾਨੂੰ ਕਿਹੜੀ ਰੋਟੀ ਤੋੜ ਕੇ ਆਪਣੇ ਔਕਾਬ ਬੱਚਿਆਂ ਨੂੰ ਖਵਾ ਰਿਹਾ? ਕਿਹਦੇ ਦੁਆਰਾ ਖਵਾ ਰਿਹਾ? ਭਾਈ ਵਿਲੀਅਮ ਬ੍ਰੈਨਮ ਦੇ ਦੁਆਰਾ ਖਵਾ ਰਿਹਾ। ਕਿਹੜੀ ਰੋਟੀ ਮੈਂ ਅੱਜ ਤੋੜ ਰਿਹਾ? ਕਿਹੜੀ ਰੋਟੀ ਖੁਦਾ ਤੜਵਾ ਰਿਹਾ? ਵਚਨ ਦੀ ਰੋਟੀ ਤੋੜ ਕੇ ਅਸੀਂ ਖਾ ਰਹੇ ਹਾਂ। ਅਸੀਂ ਪ੍ਰਕਾਸ਼ਨ ਨੂੰ ਖਾ ਰਹੇ ਹਾਂ ਅੱਜ, ਤੇ ਖੁਦਾ ਦੀ ਦੁਲਹਨ ਹਮੇਸ਼ਾ ਹੀ ਪ੍ਰਕਾਸ਼ਨ ਨੂੰ ਖਾਂਦੀ ਆ। ਇਸ ਕਰਕੇ ਖੁਦਾ ਦੀ ਦੁਲਹਨ ਵਿੱਚ ਪ੍ਰਕਾਸ਼ ਆ, ਉਹਦੇ ਵਿੱਚ ਤੇਲ ਆ। ਜਿਹੜੇ ਤੇਲ ਦੀ ਸਾਨੂੰ ਅੱਜ ਲੋੜ ਆ, ਜੇ ਸਾਡੇ ਕੋਲ ਤੇਲ ਨਹੀਂ ਹੋਵੇਗਾ ਤੇ ਅਸੀਂ ਖੁਦਾ ਦੇ ਰਾਹ 'ਚ ਜਾ ਨਹੀਂ ਸਕਦੇ। ਇਹਦਾ ਪ੍ਰਕਾਸ਼ਨ ਹੀ ਤੇਲ ਆ।
जो खुदा ने नबी के द्वारा संदेश खोल दिते, जो बाइबल खोल दी गई, यही तेल आ। इस तेल की सानू लोड़ आ। जे तेल साडे अंदर होवेगा तो फिर सानू कोई बीमारी नहीं होगी, कोई परेशानी नहीं होगी, असी सीधा ही खुदा के राज दे विच उठाए जावांगे। लूका 24:47 कटांगे। लूका 24:47। हुण पूरी बाइबल विच साफ क्लीयर आ भी किते क्रिसमस नहीं आ, किते भी पिता पुत्र दा बपतिस्मा नहीं आ, लेकिन लोग फिर भी नहीं समझते। लूका 24:47 देखो हुण वचन च लिखिया आ, ਅਤੇ यरूशलेम तो लैके सारियां कौमां विच उसदे नाम उत्ते तौबा और पापां दी माफी दा प्रचार किया जावे। किहदे नाम उत्ते? किहड़ा नाम धरती दिता गया सी? प्रभु यीशु मसीह। प्रभु यीशु मसीह दिता गया सी, ਉਹਦੇ नाम उत्ते तौबा और पापां दी माफी दा प्रचार किया जावेगा। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ। यीशु मसीह क्या कहे, जो तुम ऊपर शक्ति नहीं पाते, जब तक मैं जाता नहीं है, कहना मैं जो जावांगा तां ही पवित्र आत्मा आऊगा, नहीं तो मैं नहीं जाऊंगा, पवित्र आत्मा नहीं आना। यीशु मसीह जिंदा होने तो बाद 40 दिन ते 40 रातां धरती उत्ते रहा, ਉਹਦੇ बाद उठा लिया गया ते 50वें दिन की होया, पवित्र आत्मा उतरिया ते पवित्र आत्मा नाल भर के पतरस ने कहा सीगा भी तुसीं बसमा यीशु मसीह के नाम च लो। बाइबल किते भी बयान नहीं करती भी पिता पुत्र पवित्र आत्मा के नाम च, वो एक दुष्टांत बोलिया गया सीगा, लेकिन जिहड़ी खच्चर विद्या शैतान दी सी, उन्हें की कीता, दुष्टांत दे विच ही लोकां नूं भरमाता आया भी लोकां दी अखां ही ना खुल्लण, लोकी खुदा दे कोल जाण ही ना। अज लोग देखो, मैं तुहानूं दसदा, लोग अज अपने आप नूं मसीह कहंदे ने, घमंडी होए पे लोग, उन्हां दे अंदर खुदा दा वचन तां है ही नहीं, हलीमी उन्हां दे अंदर है ही नहीं, उन्हां दे अंदर क्रोध भरिया धड़े बाजियां भरियां होईयां आ, ते फिर वो लोग कहंदे असीं खुदा दे आ। ये गलत आ, इस तरह नहीं हो सकता। जिहदे अंदर खुदा दा आत्मा आ, वो हमेशा हलीम हुंदा आ, एक दूसरे दी मुश्किलां परेशानी नूं वेखदा आ, वो हसदा नहीं आ। जे कोई विश्वासी आ दूजे विश्वासी नूं दुख आ, वो प्रार्थना करूगा, ये नहीं कहूगा वधिया होया इहदे नाल, इहदा मतलब ओहदे अंदर दुष्ट दा आत्मा आ, शैतान दा आत्मा। जे मसीह दा आत्मा हुंदा ते कहंदा जे तू मेरे नाल कुछ गलती भी कीती आ मेरे प्रति, ते खुदा तैनूं माफ करे। यीशु मसीह ने कहा माफ कर दो, खुदा ने कहा माफ कर दो सारे नूं। सानू अपने अंदर किसी के प्रति ईर्खा लैण दी लोड़ नहीं है, खुदा सारे नूं देखदा है, वो सारे नूं सुधारना जानदा है। सानू की चाहिदा, सानू अपने अपने जीवन नूं सुधारन दी लोड़ आ। हुण असीं रसूलां दे करतब 22:16 विच भी क्लीयर करांगे इस चीज़ नूं। रसूलां दे करतब 22:16 रसूलां दे करतब 22:16 विच लिखिआ आ, हुण तू क्यों ढिल करदा है, उठ अते उसका नाम लैंदा होया बसमा लै अते अपने पाप धो सिट। हुण किहदा नाम लैना है? फिर गल उत्ते आ गई नाम दी। यीशु मसीह का नाम लैंदे होए बसमा लै ते अपने कहंदा अपने पाप धो सुट। अते इउं होया कि जां मैं यरूशलेम नूं मुड़िया तां हैकल विच प्रार्थना करदे होए मैं बेसुध हो गया ते उसनूं वेख्या जो मैं आखदा सी अते छेती करके उस यरूशलेम तो शताबी निकल जा, क्यों जो वो मेरे हक विच तेरी साखी ना मनणगे। अज लोग की है, लोग नहीं मानते सच्चाई नूं, कोई बंदा नहीं मानता, हर कोई बंदा सच्चाई नूं ठुकरांदा है। कहंदे जो यीशु मसीह ने कहा सी वो करना है। यीशु मसीह ने क्या किनू सीगा? मेरी किसी भाई नाल गल हुई, वो कहंदा यीशु मसीह ने कहा सी भी पिता पुत्र जे बसमा लेना। मैं कहा क्या किनू सीगी? तेनू कहा सी भाई या मैनू कहा सी? मैं कहा तू खड़ा सी उत्थे जदों यीशु मसीह ने कहा? मैं कहा पतरस हुणी खड़े सी, उन्हां नूं कहा सीगा। हुण ओ जे उन्हां दे अंदर खुदा दा आत्मा आया सी तां ही पता लग्या भी पिता पुत्र पवित्र आत्मा का भेद है की है। पिता का मतलब आ प्रभु, पुत्र का मतलब आ यीशु मसीह, का मतलब आ मसा कीता होया। पिता पुत्र पवित्र आत्मा प्रभु यीशु मसीह के नाम दे विच उन्हें कहा सी नाम की है। पिता कोई नाम नहीं है, पुत्र कोई नाम नहीं। जे मैं कहां मैं पिता के घर जाना, मान लो मैं अपने फादर के घरे जाना, मैं टेंपो वाले को कहूँगा मैं अपने पिता के घर जाना, उन्हें कहना नाम ता दस। जे मैं कहूँगा मैं अपने पुत्र के घर जाना, उन्हें कहना नाम ता दस। जे मैं कहूँगा पवित्र आत्मा के घर जाना, उन्हें कहना नाम ता दस। नाम की है? तो नाम प्रभु यीशु मसीह आ, लेकिन लोगों को समझ नहीं है अज। लेकिन मैं कहना भी अज छोटा झुंड इत्थे बैठा आ, तुहाडे ते खुदा दी बहुत वड्डी किरपा हुई आ। मैं कई बार कहना प्रभु जी तेरी मेरे तो सब तो वड्डी किरपा हुई है, सब तो ज्यादा अमीर मैं आ, क्योंकि तेरा संदेश मेरे को आया। जे मैं मिशना विच हुंदा, मिशना दी गुलामी च हुंदा, मान लो जे मेरे को 20 लाख दी कार हुंदी या करोड़ रुपए दी कोठी हुंदी, तो तां भी कोई लाभ नहीं सीगा।
ਪਤਾ ਨਹੀਂ ਸ਼ੈਤਾਨ ਨੇ ਕਦੋਂ ਮੈਨੂੰ ਮਾਰ ਦੇਣਾ ਸੀਗਾ ਤੇ ਮੈਂ ਨਰਕ 'ਚ ਚਲਾ ਗਿਆ, ਲੇਕਿਨ ਖੁਦਾ ਦੀ ਇੰਨੀ ਵੱਡੀ ਕਿਰਪਾ ਹੋਈ ਮੇਰੇ ਉੱਪਰ, ਕਿਉਂਕਿ ਮੈਂ ਇੱਕ ਪਾਪੀ ਮਨੁੱਖ ਸੀਗਾ। ਖੁਦਾ ਹਮੇਸ਼ਾ ਪਾਪੀਆਂ ਤੇ ਦਇਆ ਕਰਦਾ, ਆਕੜਬਾਜ਼ਾਂ ਤੇ ਦਇਆ ਨਹੀਂ ਕਰਦਾ। ਖੁਦਾ ਨੇ ਅਨਪੜ੍ਹਾਂ ਨੂੰ ਲਿਆ, ਜਿਹੜੇ ਅਨਪੜ੍ਹ ਲੋਕ ਸੀ, ਪਤਰਸ ਹੁਣੀ ਪੜ੍ਹੇ ਲਿਖੇ ਨਹੀਂ ਸੀਗੇ, ਉਹਨਾਂ ਨੇ ਕੋਈ ਡਿਪਲੋਮੇ ਡਿਗਰੀਆਂ ਨਹੀਂ ਕੀਤੀ। ਡਿਗਰੀਆਂ ਡਿਪਲੋਮੇ ਕੌਣ ਕਰਦੇ ਆ? ਅੱਜ ਕੱਲ ਦੇ ਪੜ੍ਹੇ ਹੋਏ ਲੋਕ ਕਰਦੇ ਆ, ਫਿਰ ਵੀ ਉਹਨਾਂ ਨੂੰ ਨਾਮ ਦਾ ਨਹੀਂ ਪਤਾ ਲੱਗ ਰਿਹਾ ਕਿ ਨਾਮ 'ਚ ਵਸਣਾ ਨਾਮ ਕੀ ਆ। ਉਹ ਫਿਰ ਕਹਿੰਦੇ ਪਿਤਾ ਪੁੱਤਰ ਪਵਿੱਤਰ ਆਤਮਾ, ਪਿਤਾ ਪੁੱਤਰ, ਕਿਉਂਕਿ ਸ਼ੈਤਾਨ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰਤੀ ਹੈ। ਨਬੀ ਨੇ ਕਿਹਾ ਇਹ ਲੋਕਾਂ ਨੂੰ ਊੜਾ ਐੜਾ ਵੀ ਨਹੀਂ ਪਤਾ, ਇਹਨਾਂ ਲੋਕਾਂ ਦੀ ਸੰਗਤੀ ਕਰਨੀ ਵੀ ਸਹੀ ਨਹੀਂ। ਇਹ ਲੋਕ ਕੀ ਕਰ ਰਹੇ? ਲੋਕਾਂ ਨੂੰ ਨਰਕ ਵਿੱਚ ਲੈ ਕੇ ਜਾ ਰਹੇ ਆ, ਤੇ ਖੁਦਾਵੰਦ ਇਹਨਾਂ ਤੋਂ ਹਿਸਾਬ ਲਵੇਗਾ ਇੱਕ ਦਿਨ। ਹੁਣ ਮੈਂ ਤੁਹਾਨੂੰ ਦੱਸਦਾ, ਨਬੀ ਨੇ ਕਿਹਾ ਵੀ ਸ਼ੈਤਾਨ ਵੀ ਚਰਚ ਜਾਂਦਾ ਹੈ, ਸ਼ੈਤਾਨ ਵੀ ਚਰਚ ਜਾ ਰਿਹਾ ਹੈ। ਅੱਜ ਅਸੀਂ ਕਹਾਂਗੇ ਵੀ ਇਹ ਲੋਕ ਚਿੰਨ ਚਮਤਕਾਰ ਕਿੱਦਾਂ ਕਰ ਰਹੇ ਆ? ਇਹ ਖੁਦਾ ਦੀ ਸਾਮਰਥ ਆ, ਖੁਦਾ ਦੀ ਸਾਮਰਥ ਦੇ ਦੁਆਰਾ ਕੁਝ ਵੀ ਹੋ ਸਕਦਾ ਹੈ। ਲੇਕਿਨ ਸ਼ੈਤਾਨ ਕੀ ਕਹਿੰਦਾ? ਤੂੰ ਚਰਚ ਜਾ। ਨਬੀ ਨੇ ਕਿਹਾ, ਸ਼ੈਤਾਨ ਕਹਿੰਦਾ ਮੋਢੇ ਤੇ ਹੱਥ ਕਰਕੇ ਤੂੰ ਚਰਚ ਜਾ, ਕੋਈ ਗੱਲ ਨਹੀਂ, ਵਚਨ ਦੇ ਨਾਲ ਚੱਲਣੀ। ਅੱਜ ਲੋਕ ਚਰਚਾਂ 'ਚ ਜਾਂਦੇ ਆ, ਲੇਕਿਨ ਵਚਨ ਦੇ ਕਿਉਂ ਨਹੀਂ ਚੱਲ ਰਹੇ? ਕਿ ਚਰਚਾਂ ਵਿੱਚ ਸਿਖਾਇਆ ਨਹੀਂ ਜਾਂਦਾ ਇਹਨਾਂ ਨੂੰ? ਲੋਕੀ ਤਾਂ ਵੀ ਨਹੀਂ ਚੱਲ ਰਹੇ। ਲੋਕੀ ਕੀ ਕਰਦੇ ਆ? ਜਿਹੜਾ ਰੜਾ ਆ ਰੜਾ ਖਾ ਰਹੇ ਆ ਲੋਕ, ਜਿਹੜੇ ਸੇਵਕ ਲੋਕ ਨੇ, ਮਿਸ਼ਨਰੀ, ਇਹ ਵੀ ਰੜਾ ਦੇ ਰਹੇ ਆ, ਬਲਿਆਮ ਦੀ ਸਿੱਖਿਆ ਦੇ ਰਹੇ। ਉਹਨਾਂ ਨੂੰ ਪਤਾ ਆ ਵੀ ਜੇ ਅਸੀਂ ਸਖਤੀ ਕਰਾਂਗੇ, ਸੱਚਾ ਵਚਨ ਸੁਣਾਵਾਂਗੇ ਤੇ ਲੋਕਾਂ ਨੇ ਭੱਜਣਾ। ਅੱਜ ਸਾਰੇ ਹੀ ਬਿਜ਼ਨਸ ਕਰ ਰਹੇ ਆ। ਨਬੀ ਨੇ ਕਿਹਾ ਸਾਰੇ ਬਿਜ਼ਨਸਮੈਨ ਆ, ਇਹ ਭੇੜੀਏ ਆ, ਇਹਨਾਂ ਦੇ ਅੰਦਰ ਦੁਸ਼ਟ ਆਤਮੇ ਲੁਕੇ ਹੋਏ ਆ। ਉਹ ਭਾਈ ਵਧੀਆ ਹੋ ਸਕਦਾ ਹੈ ਜਿਹੜਾ ਤੁਹਾਨੂੰ ਸਿੱਖਿਆ ਦੇ ਰਿਹਾ ਵੀ ਪਿਤਾ ਪੁੱਤਰ ਜੇ ਬਸਮਾ ਲਓ, ਲੇਕਿਨ ਉਹਦੇ ਅੰਦਰ ਆਤਮਾ ਦੇਖੋ ਕਿਹੜਾ ਹੈ। ਇਹ ਚੈੱਕ ਕਿੰਨੇ ਕਰਨਾ ਹੈ? ਚੈੱਕ ਅਸੀਂ ਕਰਨਾ। ਇਸ ਲਈ ਸ਼ੈਤਾਨ ਚਰਚ ਜਾਂਦਾ ਹੈ, ਸ਼ੈਤਾਨ ਚਰਚ ਦੇ ਨਾਲ ਸੰਬੰਧ ਰੱਖਦਾ ਹੈ। ਸ਼ੈਤਾਨ ਇੱਕ ਮਸੀਹੀ ਵਾਂਗ ਐਕਟਿੰਗ ਵੀ ਕਰਦਾ ਹੈ, ਕਹਿੰਦਾ ਉਹ ਧੋਖੇਬਾਜ਼ ਹੈ। ਅਤੇ ਜੇ ਉਹ ਮਸੀਹੀ ਵਰਗੀ ਅਤੇ ਚਰਚ ਵਰਗੀ ਐਕਟਿੰਗ ਨਾ ਕਰਦਾ ਹੁੰਦਾ ਤੇ ਕਹਿੰਦਾ ਧੋਖੇਬਾਜ਼ ਨਾ ਹੁੰਦਾ। ਕੋਈ ਬੰਦਾ ਭਰਮਾਇਆ ਨਹੀਂ ਜਾ ਸਕਦਾ ਸੀ, ਕਹਿੰਦਾ ਕੋਈ ਵੀ ਬੰਦਾ ਭਰਮਾਇਆ ਨਹੀਂ ਜਾ ਸਕਦਾ ਸੀਗਾ। ਇਹ ਕਾਲੇ ਅਤੇ ਚਿੱਟੇ ਦਾ ਫਰਕ ਹੁੰਦਾ ਹੈ, ਇੱਕ ਦੂਜੇ ਦੇ ਵਿਰੋਧ ਵਿੱਚ ਹੁੰਦਾ, ਤਾਂ ਉਹ ਬਾਈਬਲ ਨੇ ਕਿਹਾ ਕਿ ਇਹ ਕਿੰਨਾ ਹੀ ਨੇੜੇ ਹੋਵੇਗਾ। ਜੋ ਹੋ ਸਕਦਾ ਹੈ ਅੰਤ ਦੇ ਦਿਨਾਂ ਵਿੱਚ ਆਤਮਾ ਚੁਣਿਆ ਹੋਇਆਂ ਨੂੰ ਵੀ ਭਰਮਾ ਦੇਵੇ। ਕਹਿੰਦਾ ਜੇ ਹੋ ਸਕਦਾ ਚੁਣਿਆ ਹੋਇਆਂ ਨੂੰ ਭਰਮਾ ਸਕਦਾ ਸੀ, ਲੇਕਿਨ ਭਰਮਾਊਗਾ ਨਹੀਂ, ਕਿਉਂਕਿ ਸਾਨੂੰ ਕੋਈ ਵੀ ਭਰਮਾ ਨਹੀਂ ਸਕਦਾ, ਕਿਉਂਕਿ ਅਸੀਂ ਉਸ ਸਿੱਖਿਆ ਦੇ ਉੱਪਰ ਆ। ਉਹ ਸੁਰਮਾ ਸਾਨੂੰ ਮਿਲਿਆ ਆ, ਜਿਹਦੇ ਦੁਆਰਾ ਸਾਡੀ ਅੱਖਾਂ ਦੇ ਛਿਲਕੇ ਉਤਰ ਗਏ। ਹੁਣ ਸਾਨੂੰ ਕੋਈ ਨਹੀਂ ਭਰਮਾ ਸਕਦਾ, ਲੇਕਿਨ ਵਚਨ 'ਚ ਲਿਖਿਆ ਹੋ ਸਕਦਾ ਵੀ ਚੁਣਿਆ ਹੋਇਆਂ ਨੂੰ ਵੀ ਭਰਮਾ ਦਿੰਦਾ। ਲੇਕਿਨ ਸਾਨੂੰ ਅੱਜ ਖੁਦਾ ਦੀ ਦੁਲਹਨ ਨੂੰ ਕੋਈ ਭਰਮਾ ਨਹੀਂ ਸਕਦਾ, ਕਿਉਂਕਿ ਹਵਾ ਨੂੰ ਭਰਮਾਇਆ ਗਿਆ ਸੀ ਸ਼ੈਤਾਨ ਦੇ ਦੁਆਰਾ, ਲੇਕਿਨ ਅੱਜ ਦੀ ਦੁਲਹਨ ਨਹੀਂ ਭਰਮਾਈ ਜਾਵੇਗੀ। ਅੱਜ ਦੀ ਦੁਲਹਨ ਨੂੰ ਕੋਈ ਭਰਮਾ ਨਹੀਂ ਸਕਦਾ, ਕਿਉਂਕਿ ਖੁਦਾ ਨੇ ਸਾਨੂੰ ਸੁਰਮਾ ਦਿੱਤਾ ਹੈ। ਹੁਣ ਵਚਨ ਕਹਿੰਦਾ ਜਦ ਕਿ ਤੁਹਾਨੂੰ ਆਪਣੀ ਬਾਈਬਲ ਲੈ ਕੇ, ਜੇ ਮਸੀਹ ਲੋਕਾਂ ਦਾ ਜੀਵਨ ਦੇਖ ਲਓ, ਨਬੀ ਕਹਿ ਰਿਹਾ ਜਦ ਕਿ ਤੁਹਾਨੂੰ ਆਪਣੀ ਬਾਈਬਲ ਲੈ ਕੇ ਕਿਸੇ ਜਗ੍ਹਾ ਤੇ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਰ ਸਨਮੁਖ ਆਪਣੇ ਗੋਡੇ ਭਾਰ ਹੋ ਕੇ ਦੇਸ਼ ਦੇ ਪਾਪਾਂ ਦੇ ਲਈ, ਕਹਿੰਦਾ ਰੋਣਾ ਚਾਹੀਦਾ, ਤੁਹਾਨੂੰ ਲੋਕਾਂ ਦੇ ਲਈ ਰੋਣਾ ਚਾਹੀਦਾ ਵੀ ਖੁਦਾ ਇਹ ਲੋਕ ਕਿੱਦਾਂ ਦੇ, ਜੇ ਤੁਹਾਡੇ ਅੰਦਰ ਖੁਦਾ ਦਾ ਵਚਨ ਆ। ਲੇਕਿਨ ਲੋਕ ਕੀ ਕਰਦੇ ਆ? ਲੋਕ ਟੀਵੀਆਂ ਦੇਖ ਰਹੇ ਆ ਬੈਠ ਕੇ। ਮਸੀਹ ਲੋਕਾਂ ਅੰਦਰ ਹੁਣੇ ਹੁਣੇ ਪਾਪ ਦੇਖਿਆ ਜਾ ਰਿਹਾ ਹੈ। ਉਹਨਾਂ ਨੇ ਪ੍ਰਸਿੱਧੀ ਦੀ ਖਾਤਰ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਹੈ। ਤੁਹਾਨੂੰ ਪਤਾ ਲੋਕੀ ਆਪਣੇ ਜੇਠੇ ਹੋਣ ਦਾ, ਅਸੀਂ ਖੁਦਾ ਦੇ ਜੇਠੇ ਆ, ਅਸੀਂ ਪਹਿਲੇ ਆ ਖੁਦਾ ਦੇ, ਲੇਕਿਨ ਉਹਨਾਂ ਨੇ ਆਪਣਾ ਹੱਕ ਵੇਚਤਾ। ਖੁਸ਼ਖਬਰੀ ਦੀ ਸਮਾਜਿਕ ਦਲ ਨਾਲ ਅਦਲਾ ਬਦਲੀ ਕਰ ਲਈ ਹੈ। ਉਸਨੇ ਪੁਰਾਣੇ ਰਿਵਾਜ ਦੇ ਲਹੂ ਨਾਲ ਧੋਤੇ ਹੋਏ ਸੁਸਮਾਚਾਰ ਨੂੰ ਲੋਕਾਂ ਦੇ ਦਿਮਾਗੀ ਗਿਆਨ ਲਈ, ਦਿਮਾਗੀ ਪ੍ਰਚਾਰ ਕਰਨ ਲਈ, ਉੱਚ ਵਰਗ ਬਾਰੇ ਬੋਲਣ ਲਈ ਅਦਲਾ ਬਦਲੀ ਕਰ ਦਿੱਤਾ ਹੈ ਅਤੇ ਸੁਸਮਾਚਾਰ ਦਾ ਦੁਰਪਯੋਗ ਕੀਤਾ ਹੈ। ਅੱਜ ਇਹ ਲੋਕਾਂ ਨੇ, ਸ਼ੈਤਾਨ ਨੇ ਕੀਤਾ, ਖੁਦਾ ਦੇ ਵਚਨ ਦਾ ਦੁਰਪਯੋਗ ਕੀਤਾ ਹੈ। ਹੁਣ ਅਸੀਂ ਕਹਿੰਦੇ ਵੀ ਉਹ ਵੀ ਤਾਂ ਖੁਦਾ ਦਾ ਨਾਮ ਲੈਂਦਾ ਹੈ। ਮੈਨੂੰ ਕਿਸੇ ਨੇ ਕਿਹਾ, ਕੋਈ ਭੈਣ ਨੇ ਮੈਨੂੰ ਕਿਹਾ, ਉੱਥੇ ਜਿਸ ਜਗ੍ਹਾ ਤੇ ਮੈਂ ਹਿਮਾਚਲ ਪ੍ਰਚਾਰ ਕਰਨ ਗਿਆ ਸੀ, ਇਹ ਵੀ ਤਾਂ ਖੁਦਾ ਦੇ ਨਾਮ ਲੈਂਦੇ ਆ, ਇਹ ਵੀ ਤਾਂ ਸਹੀ ਕਰਦੇ ਆ ਲੋਕਾਂ ਨੂੰ, ਇਹਨਾਂ ਕੋਲ ਵੀ ਤਾਂ ਸ਼ਕਤੀ ਆ, ਫਿਰ ਇਹ ਲੋਕ ਸ਼ੈਤਾਨ ਦੀ ਸਿੱਖਿਆ 'ਚ ਕਿੱਦਾਂ ਹੋ ਸਕਦੇ? ਮੈਂ ਕਿਹਾ ਤੁਸੀਂ ਇਸ ਚੀਜ਼ ਨੂੰ ਵਚਨ ਵਿੱਚੋਂ ਕਲੀਅਰ ਕਰੋ ਵੀ ਕੀ ਇਹਨਾਂ ਦਾ ਜੀਵਨ, ਇਹਨਾਂ ਦਾ ਪ੍ਰਚਾਰ ਵਚਨ ਦੇ ਅਨੁਸਾਰ ਹੈਗਾ। ਮੈਂ ਉਹਨਾਂ ਨੂੰ ਕਿਹਾ ਤੁਸੀਂ ਘਰ ਵਿੱਚ ਰਹਿੰਦੇ ਹੋ, ਜੇ ਤੁਸੀਂ ਆਪਣੇ ਬੱਚਿਆਂ ਦੇ ਪ੍ਰਤੀ ਕੋਈ ਰੂਲ ਰੈਗੂਲੇਸ਼ਨ ਕੀਤਾ, ਜੇ ਉਸ ਤੋਂ ਉਲਟ ਕੋਈ ਕੰਮ ਕਰੇ, ਤੁਸੀਂ ਕੀ ਕਰੋਗੇ? ਕਹਿੰਦੀ ਮੈਂ ਸਜ਼ਾ ਦਊਂਗੀ। ਤੇ ਮੈਂ ਕਿਹਾ ਖੁਦਾ ਦਾ ਵਚਨ ਵੀ ਇਸੇ ਤਰ੍ਹਾਂ ਕਹਿੰਦਾ ਮੇਰੇ ਵਚਨ ਤੋਂ ਕੋਈ ਬਾਹਰ ਨਾ ਜਾਵੇ। ਲੇਕਿਨ ਅੱਜ ਲੋਕਾਂ ਨੇ ਆਪਣੇ ਸਿਸਟਮ ਬਣਾ ਲਏ ਹੈ, ਇਸ ਕਰਕੇ ਲੋਕ ਅੱਜ ਵਚਨ ਤੋਂ ਬਾਹਰ ਚਲੇ ਗਏ ਹੈ। ਕਹਿੰਦਾ ਅਸੀਂ ਇੱਕ ਖਤਰਨਾਕ ਸਮੇਂ ਵਿੱਚ ਰਹਿ ਰਹੇ ਹਾਂ। ਅਸੀਂ ਉਸ ਸਮੇਂ ਵਿੱਚ ਰਹਿ ਰਹੇ ਹਾਂ ਜਦੋਂ ਸੰਸਾਰ ਦੇ ਮਨੁੱਖ ਮੌਤ ਤੋਂ ਡਰੇ ਹੋਏ ਹਨ। ਮਹਾਨ ਆਦਮੀ ਕਹਿੰਦਾ ਸਭ ਮੌਤ ਤੋਂ ਡਰੇ ਹੋਏ ਹਨ। ਕਿਉਂ ਮੌਤ ਤੋਂ ਡਰੇ? ਸਭਨਾਂ ਨੂੰ ਪਤਾ ਆ ਵੀ ਇੱਕ ਦਿਨ ਮੌਤ ਆਵੇਗੀ।
पर कहता एक दिन इस तरह भी होगा, वर्ल्ड वार भी लगना आ, बमबारी भी होनी है, लोग डर रहे आ। कहता मसीह ਲਈ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਦਾ ਸਮਾਂ ਹੋਣਾ ਚਾਹੀਦਾ ਹੈ। ਇਹ ਸਾਡੇ ਲਈ ਖੁਸ਼ੀ ਦਾ ਸਮਾਂ ਆ। ਕਿਉਂ? ਜਦੋਂ ਅਸੀਂ ਦੇਖਾਂਗੇ ਵੀ ਬਹੁਤ ਕਸ਼ਟ ਪੈ ਰਹੇ ਆ, ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ, ਤੇ ਦੁਲਹਨ ਨੂੰ ਖੁਸ਼ ਹੋਣਾ ਚਾਹੀਦਾ, ਦੁਲਹਨ ਨੂੰ ਡਰਨ ਦੀ ਲੋੜ ਨਹੀਂ ਆ, ਕਿਉਂਕਿ ਸਾਨੂੰ ਪਤਾ ਆ ਸਾਡਾ ਖੁਦਾ ਉਹ ਕਸ਼ਟ ਕਾਲ ਆਉਣ ਤੋਂ ਪਹਿਲਾਂ ਦੁਲਹਨ ਨੂੰ ਲੈ ਕੇ ਜਾਵੇਗਾ। वचन विच नबी की कह रहा है, कहता देखो जे लोकां नूं, जे लोकी संदेश से नहीं आणगे, उन्हां नूं पता ही नहीं लगेगा बसमा की आ, पाप की आ, ते लोकी जीवन किदां व्यतीत करनगे। अज क्यों लोकी जीवन नहीं व्यतीत करदे? जिन्ने लोग मिशनां विच आ, संदेश तो बाहर उन्हां दा जीवन तुसीं देख लो, उन्हां नूं कोई लिहाज नहीं है कपड़े पाउण दा, कुछ उन्हां नूं समझ नहीं आ। कहता वेख नौजवान किसी किस्म का जीवन व्यतीत, कहता नौजवान किदां किदां दे जीवन व्यतीत कर रहे हैं। उन्हां दा चर्च दी बजाय घर ठहरे रहना, उन्हां दा पुराने मैगजीनां नूं पढ़ना उन्होंने नहीं पढ़ने चाहिए हैं, जांच पड़ताल तो बगैर। कहता वो गंदियां किताबां पढ़ते बिना जांच पड़ताल तो भी, किहड़ी किताबां सानूं पढ़नी चाहिए। कहता इस चीज़ नहीं सोचते, कहता पढ़ते आ, हालीवुड के गंदे मजाक सुनते हैं, फिल्मां दे हॉलीवुड बॉलीवुड के गंदे मजाक मसीह भैन भाई सुनते आ, शैतान का पुराना नचण वाला संगीत सुनते हैं। शैतान का नचण वाला संगीत किहड़ा? टीवियां फिल्मां ये सब लोग देखते। कहता ये की है? सारा ही शैतान का काम आ। अज मसीह लोगों के जीवन, लेकिन मैं तुहानूं दसदा कौन आ जिन्हें अपने आप को वचन नाल शंगारिया। तुसीं टोटल देखो जिन्ने लोग संदेश दे विच आ वो अपने अपने जीवन को सुधार रहे आ, जिन्हां दे कोल खुदा दा वचन आया आ। लेकिन ये लोग की कर रहे? लोग कहते कुछ नहीं, मन साफ होना चाहिए, जो मर्जी करो। इन्होंने सारा ही सिस्टम रद्द करता, बसमा खराब करता, बसमे नूं बदल दिता गया, बाइबल की कल्ली कल्ली गल नूं बदल दिता गया। लेकिन खुदा दे बहुत छोटा झुंडा जिहड़ा विश्वास दे नाल उठाया जाएगा। अज सानूं लोड़ आ उस विश्वास विच चलीए। यीशु मसीह ने जान दी, यीशु मसीह पैदा भी होया, लेकिन उसने सानूं क्या नहीं है भी तुसीं कोई रीति रिवाज मनाओ, जिन्हें सानूं उन्हें खुद नहीं सानूं कहा, तो सानूं की लोड़ आ कोई रीति रिवाजां नूं मनाउण दी। सानूं चाहिदा आ वचन के अनुसार जीवन व्यतीत करिए कि एक दिन क्रिसमस मनाउण दे नाल खुदा तुहाडे कोल आउंदा, तां भी लोकां दे चेहरे क्रोध दे नाल भरे हुंदे आ, तां भी खुदा उन्हां दे अंदर नहीं दिखदा। क्योंकि की आ? ये शैतान दी सिੱਖਿਆ आ। जे खुदा दा वचन उन्हां दे अंदर हुंदा तो उन्हां नूं पता ना लगदा भी मेरे प्यो ने मैनूं मना कीता, ये काम नहीं करना, मैं क्यों करना है। लेकिन अपने प्यो नूं नहीं पछाणदे, उन्होंने ये नहीं पता भी साडे प्यो है किन्ने। कोई कहता 3 प्यो आ, कोई कहता 4। तुहानूं पता बाइबल बयान करदी आ जिहदे एक तो ज़्यादा प्यो होण वो हराम दा हुंदा। इहदा की मतलब आ? ये मिशनरी लोग हराम दे आ, जिन्हां ने अपने प्यो नूं नहीं पछाणिया, यीशु मसीह नूं नहीं पछाणिया, ओनूं ही क्रूस ते चाढ़ता। अज भी इजराइल दे विच नबी ने कहा, लोग उਡੀਕ कर रहे हैं इजरायली जिहड़े पुराने आ भी यीशु मसीह भी मुक्तिदाता आऊगा कोई, लेकिन उन्होंने ये नहीं पता भी मुक्तिदाता आके चला भी गया, हुण फिर उहदा आउण दा समा हो गया। नबी कहंदा ये इस करके कीता गया भी पराईयां कौमां ते दया होवे, पराईयां कौमां ते दया होवे, इस करके खुदा ने उन्हां नूं अन्ना करता, क्योंकि वो खुदा दी खास कौम सीगी। जे खुदा ने उन्हां नूं नहीं बख्शिया, जे अस असीं संदेश विच हुंदे होए जे गलत जीवन व्यतीत करदे ते खुदा ने सानूं भी नहीं बख्शना। यह भुलेखा आ भी मैं संदेश च आ गया, मैं बसमा प्रभु यीशु मसीह नाम च ले लिया। मैं तो दस्सिया एडमिशन है एक, ये नहीं है भी तुसीं मिशनां दी गल नहीं कर रहे, मैं हुण संदेश दी गल कर रहा। जे संदेश च तुसीं आ गए हो, बसमा ले लिया, एडमिशन ले ली, हुण तुसीं ज़्यादा दोषी हो गए हो। जे तुसीं गलत जीवन व्यतीत करते हो, जे तुसीं सही जीवन व्यतीत करते हो, फिर बहुत वधिया गल है। जे तुसीं संदेश दे विच आके गलत जीवन व्यतीत करते, फिर तुसीं खुदा नूं कह नहीं सकदे भी प्रभु मैनूं समझ नहीं सी। वो लोग तां कह सकदे प्रभु मैनूं समझ नहीं सी। ते असीं किदां कहांगे? सानूं चाहीदा वचन दे अनुसार जीवन व्यतीत करिए, जिद्दां संत पतरस ने कीता सीगा, संत पौलुस ने कीता सीगा, सैमुएल ने कीता सीगा, दाऊद ने जीवन व्यतीत कीता सी, इब्राहिम इसहाक याकूब ने जीवन व्यतीत कीता सी। सानूं लोड़ आ उਸੇ तरह दे जीवन व्यतीत करिए ते खुदा दी दुल्हन बन के रहिए, वचन के नाल अपने आप नूं शंगारिए ते हमेशा प्रार्थना विच लईए, बोझ लईए भी प्रभु जी इन्हां ते दया कर, जिद तक तुसीं डिगदे नहीं हो, बोझ नहीं लेंदे। जिहड़ा अजरा सीगा एक नबी सीगा बाइबल विच, अजरा दी पुस्तक आ। अजरा ने जी देखिया इजरायली लोग की कर रहे सी, उस समय उन्होंने एक रूल सी भी उन्हां दे जिहड़े लोग सी पवित्र मन्ने जांदे सी, यहूदी लोग, वो बाहर कुटुंबे दा विआह नहीं सी करा सकदे। की होया? उन्होंने दूजियां तीनियां ले आंदियां। अजरा ने की कीता? अपने कपड़े फाड़े, अपनी दाढ़ी पुट्टी, कहंदा प्रभु जी तेरे लोग की कर रहे आ, अज सानू भी लोड़ आ गिरीए भी खुदा तेरे लोग की कर रहे, बचा ला। की पता साडी प्रार्थना दे द्वारा कुछ लोग बचाए जाण। क्योंकि जो अजरा ने खुदा दे अगे मत्थे टेके, खुदा दे अगे डिगया, ते जिहड़े पवित्र लोग सी उहदे कोल इकट्ठे हो गए आके, वो कहंदे साडे कोल गलती हो गई आ,
ਦੱਸ ਅਸੀਂ ਕੀ ਕਰੀਏ? ਫਿਰ ਉਹਦੇ ਉਪਾਏ ਦੱਸੇ ਵੀ ਤੁਸੀਂ ਆਹ ਕੰਮ ਕਰਨਾ ਆ, ਫਿਰ ਤੁਹਾਨੂੰ ਮਾਫੀ ਮਿਲੂਗੀ। ਅੱਜ ਸਾਡੇ ਕੋਲ ਮਾਫੀ ਦਾ ਸਮਾਂ ਆ, ਅੱਜ ਸਾਡੇ ਕੋਲ ਸਮਾਂ ਆ ਵੀ ਅਸੀਂ ਤੌਬਾ ਕਰੀਏ, ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਸਮਾ ਲਈਏ। ਜੇ ਬਸਮਾ ਲੈ ਚੁੱਕੇ ਆ ਤੇ ਆਪਣਾ ਜੀਵਨ ਸਹੀ ਕਰੀਏ। ਚਰਚ ਆਉਣ ਦੇ ਨਾਲ ਚਾਣ ਦੇ ਨਾਲ ਕੁਝ ਨਹੀਂ ਹੋਣਾ। ਨਬੀ ਨੇ ਕਿਹਾ ਜੇ ਤੁਸੀਂ ਰੂਹਾਂ ਨੂੰ ਨਹੀਂ ਜਿੱਤਦੇ ਤੇ ਕਹਿੰਦਾ ਫਿਰ ਬਹੁਤ ਗਲਤ ਗੱਲ ਆ ਤੁਹਾਡੇ ਵਾਸਤੇ। ਕਹਿੰਦਾ ਤੁਸੀਂ ਰੂਹਾਂ ਨੂੰ ਜਿੱਤੋ, ਪ੍ਰਚਾਰ ਕਰੋ। ਇਹ ਨਾ ਸੋਚੋ ਵੀ ਮੈਨੂੰ ਬਾਈਬਲ ਦੀ ਨੌਲੇਜ ਨਹੀਂ ਆ। ਅੱਜ ਐਂਡ ਟਾਈਮ ਮੈਸੇਜ ਦੇ ਵਿੱਚ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਵੀ ਯਿਸੂ ਮਸੀਹ ਹੀ ਪਰਮੇਸ਼ਵਰ ਆ, ਜੇ ਤੁਹਾਨੂੰ ਬਾਈਬਲ ਦੀ ਨੌਲੇਜ ਨਹੀਂ ਆ, ਹੋ ਸਕਦਾ ਕੋਈ ਅਨਪੜ੍ਹ ਵੀ ਵਿਸ਼ਵਾਸ ਕਰਦਾ ਹੋਵੇ ਜਿਹਨੂੰ ਬਾਈਬਲ ਦੀ ਨੌਲੇਜ ਨਾ ਹੋਵੇ, ਜਾਂ ਤੁਹਾਨੂੰ ਬਾਈਬਲ 'ਚੋਂ ਵਚਨ ਕੱਢ ਕੇ ਨਹੀਂ ਦੱਸਣਾ ਆ ਰਿਹਾ, ਚਿੰਤਾ ਨਾ ਕਰੋ, ਪਵਿੱਤਰ ਆਤਮਾ ਤੁਹਾਨੂੰ ਦੱਸੂਗਾ। ਪਤਰਸ ਵੀ ਅਨਪੜ੍ਹ ਸੀਗਾ, ਪਵਿੱਤਰ ਆਤਮਾ ਨੇ ਦੱਸਿਆ ਸੀ ਕੀ ਬੋਲਣਾ ਆ। ਤੁਹਾਨੂੰ ਵੀ ਪਵਿੱਤਰ ਆਤਮਾ ਦੱਸੂਗਾ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਆ, ਡਰਨ ਦੀ ਲੋੜ ਨਹੀਂ ਆ। ਖੁਦਾ ਦੇ ਅੱਗੇ ਘੁਟਨੇ ਟੇਕੋ। ਪ੍ਰਭੂ ਯਿਸੂ ਮਸੀਹ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। ਆਓ ਪ੍ਰਾਰਥਨਾ ਕਰਦੇ ਹਾਂ। हालेलुया। धन्यवाद यीशु मसीह, मेरे महान पिता प्रभु जी। खुदावन सचमुच खुदावन तेरे नबी के द्वारा प्रभु जी, भाई विलियम मैरिन ब्रैनम के द्वारा प्रभु जी जो प्रकाश तेरी दुल्हन ते खोलिया गया प्रभु जी, ਅਸੀਂ उस प्रकाश के हेठ हाँ प्रभु जी, उस रास्ते के ऊपर चल रहे हाँ खुदावंदा। क्योंकि मेरे महान पिता प्रभु जी जो तेरा वचन कहता है ਅਸੀਂ ਉਹਦੇ ਅਨੁਸਾਰ ਹੀ ਕਰਦੇ ਹਾਂ ਪ੍ਰਭੂ ਯਿਸੂ ਮਸੀਹ। ਕਿਉਂਕਿ ਮੇਰੇ ਮਹਾਨ ਪਿਤਾ ਜੋ ਸੰਤ ਪੌਲਸ ਨੇ ਪ੍ਰਚਾਰਿਆ, ਮੇਰੇ ਮਹਾਨ ਪਿਤਾ ਪ੍ਰਭੂ ਜੀ ਉਹੀ ਭਾਈ ਬ੍ਰੈਨਮ ਨੇ ਪ੍ਰਚਾਰਿਆ। ਜੋ ਭਾਈ ਬ੍ਰੈਨਮ ਪ੍ਰਚਾਰ ਰਿਹਾ ਹੈ ਪ੍ਰਭੂ ਯਿਸੂ ਮਸੀਹ, ਜੋ ਭਾਈ ਬ੍ਰੈਨਮ ਨੇ ਪ੍ਰਚਾਰ ਕੀਤਾ ਉਹੀ ਪ੍ਰਚਾਰ ਮੈਂ ਕਰਦਾ ਹਾਂ ਪ੍ਰਭੂ ਜੀ। ਤੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ ਜੇ ਖੁਦਾਵੰਦ ਸੰਤ ਪੌਲਸ ਦੇ ਲੋਕ ਤੇਰੇ ਕੋਲ ਗਏ, ਭਾਈ ਬ੍ਰੈਨਮ ਦੇ ਲੋਕ ਤੇਰੇ ਕੋਲ ਗਏ ਖੁਦਾਵੰਦ, ਤੇ ਪ੍ਰਭੂ ਜੀ ਇਸ ਕਲੀਸਿਆ ਦੇ ਲੋਕ ਵੀ ਤੇਰੇ ਕੋਲ ਜਾਣਗੇ ਖੁਦਾਵੰਦ। ਕਿਉਂਕਿ ਮੇਰੇ ਮਹਾਨ ਪਿਤਾ ਅਸੀਂ ਮਿਸ਼ਨਾਂ ਦੇ ਨਾਲ ਹੱਥ ਨਹੀਂ ਮਿਲਾਇਆ ਪ੍ਰਭੂ ਜੀ, ਅਸੀਂ ਤੇਰੇ ਵਚਨ ਦੇ ਨਾਲ ਖੜੇ ਹਾਂ ਖੁਦਾਵੰਦਾ। ਤੂੰ ਦਇਆ ਕਰਨੀ ਹੈ, ਕਿਰਪਾ ਕਰਨੀ, ਤੇਰੇ ਜਿੰਦਾ ਜਲਾਲੀ ਸਾਮਰਥ ਦੇ ਨਾਮ ਦੇ ਵਿੱਚ ਮੰਗਦਾ। ਆਮੀਨ।